जिन्हां घरां 'च भैण भरा हुंदे ने उन्हां नूं तां इह दिन चंगे लगदे ने, पर जिन्हां घरां विच केवल बच्चियां हुंदियां ने जां औलाद हुंदी नहीं, ਇਹ ਤਿਉਹਾਰ ਕਿਤੇ ਨਾ ਕਿਤੇ ਉਹਨਾਂ ਵਾਸਤੇ ਅੱਖਾਂ 'ਚ ਹੰਝੂ ਲੈ ਕੇ ਆਉਂਦੇ ਨੇ। ਠੀਕ ਹੈ, ਸਾਡੇ ਸਮਾਜ ਦੇ ਵਿੱਚ ਇਹ ਦਿਨ ਬਹੁਤ ਜ਼ੋਰਾਂ ਸ਼ੋਰਾਂ ਵਿੱਚ ਮਨਾਏ ਜਾਂਦੇ ਨੇ। ਕਈ ਸਿੱਖ ਪਰਿਵਾਰ ਵੀ ਸੰਬੰਧ ਰੱਖਣ ਵਾਲੇ ਕਹਿੰਦੇ ਵੇਖੋ ਜੀ ਖੁਸ਼ੀ ਦਾ ਮੌਕਾ ਹੈ, ਮਨਾ ਲੈਣ ਦਿਓ। ਆਪਾਂ ਕਿਸੇ ਨੂੰ ਰੋਕ ਥੋੜ੍ਹਾ ਸਕਦੇ ਹਾਂ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਭਾਈ ਤੁਸੀਂ ਰੱਖੜੀ ਨਾ ਬੰਨੋ ਨਾ ਬਣਾਓ, ਪਰ ਹਰ ਇੱਕ ਨੂੰ ਆਪਣੇ ਵਿਚਾਰ ਸਮਾਜ ਦੇ ਸਾਹਮਣੇ ਰੱਖਣ ਦਾ ਅਧਿਕਾਰ ਹੈ। ਅਤੇ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਅੱਜ ਗੁਰਬਾਣੀ ਦੀ ਰੌਸ਼ਨੀ ਵਿੱਚ ਆਪਾਂ ਇਹ ਸਮਝਣ ਦਾ ਯਤਨ ਕਰਨਾ ਹੈ, ਜਿੱਥੇ ਸਾਡੇ ਸਿੱਖਾਂ ਦੇ ਉੱਤੇ ਅਣਮਤੀ ਤਿਉਹਾਰਾਂ ਦਾ ਪ੍ਰਭਾਵ ਹੈ, ਜੋ ਅਸੀਂ ਆਪਣਾ ਵਿਰਸਾ ਛੱਡ ਚੁੱਕੇ ਹਾਂ, ਜੋ ਅਸੀਂ ਆਪਣੇ ਗੁਰੂ ਪਾਤਸ਼ਾਹ ਦੇ ਪਾਏ ਹੋਏ ਪੂਰਨੇ ਹਨ, ਉਹਨਾਂ ਦੇ ਉੱਤੇ ਤੁਰਨ ਦਾ ਯਤਨ ਕਰਨਾ ਸੀ। ਉਹ ਅਸੀਂ ਕਿਤੇ ਨਾ ਕਿਤੇ ਅਗਿਆਨਤਾ ਵਸ ਉਹਦੇ ਤੋਂ ਅਸੀਂ ਦੂਰ ਹੋਏ ਹਾਂ। ਜਿੱਥੇ ਵਿਚਾਰਾਂ ਦੀ ਸਾਂਝ ਅੱਜ ਦਾਸ ਤੁਹਾਡੇ ਨਾਲ ਕਰੇਗਾ, ਉੱਥੇ ਨਾਲ ਨਾਲ ਸਾਡੇ ਨਾਲ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਦਦੇਰ ਉਹ ਵੀ ਸਾਡੇ ਨਾਲ ਨੇ। ਉਹ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਤੁਸੀਂ ਜੁੜੇ ਰਹਿਣਾ ਕੋਸ਼ਿਸ਼ ਕਰਿਓ, ਕਿਉਂਕਿ ਇਹ ਸਾਰਾ ਸਮਾਗਮ ਜਿਹੜਾ ਇਹ ਲਾਈਵ ਚੱਲ ਰਿਹਾ। ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਗੁਰਬਾਣੀ ਦੀ ਰੌਸ਼ਨੀ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਲੰਬਾ ਟਾਈਮ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਦਿੱਤੀ ਹੈ ਅਤੇ ਅੱਜ ਵੀ ਦੇ ਰਹੇ ਨੇ। ਜੋ 1997 ਤੋਂ ਲੈ ਕੇ 99 ਤੱਕ ਉਹਨਾਂ 2 ਸਾਲ ਉੱਥੇ ਦਾਸ ਦੇ ਨਾਲ ਹੀ, ਜਿੱਦਾਂ ਮੈਂ ਉੱਥੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕੀਤੀ, ਉਹਨਾਂ ਨੇ ਵੀ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਕੇ 99 ਤੋਂ ਲੈ ਕੇ ਅੱਜ ਤੱਕ 2020 ਤੱਕ ਗੁਰਬਾਣੀ ਦੀ ਸੰਥਿਆ ਹਰ ਇੱਕ ਬੈਚ ਨੂੰ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਨੇ ਦਿੱਤੀ ਹੈ। ਅਤੇ ਗੁਰਬਾਣੀ ਦੇ ਉੱਤੇ ਉਹਨਾਂ ਦੀ ਕਾਫੀ ਖੋਜ ਹੈ, ਸਟੱਡੀ ਕਰਦੇ ਨੇ ਗੁਰਬਾਣੀ ਦੀ, ਵਿਆਕਰਨ ਪੱਖੋਂ ਵੀ ਕਾਫੀ ਪਕੜ ਹੈ। ਅਤੇ ਅੱਜ ਆਪਾਂ ਉਹਨਾਂ ਦੇ ਨਾਲ ਵੀ ਇਸ ਵਿਸ਼ੇ 'ਤੇ ਵਿਚਾਰਾਂ ਦੀ ਸਾਂਝ ਜਿਹੜੀ ਹੈ ਸਰੋਤਿਆਂ ਦੇ ਨਾਲ ਪਵਾਵਾਂਗੇ। ਮੈਂ ਬੇਨਤੀ ਕਰਾਂਗਾ ਭਾਈ ਸੁਖਵਿੰਦਰ ਸਿੰਘ ਜੀ ਦਦੇਰ ਉਹ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ, ਭਾਈ ਸਾਹਿਬ ਜੀ ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਅੱਜ ਵਿਸ਼ਾ ਤੁਸੀਂ ਸੁਣ ਹੀ ਲਿਆ ਹੈ ਕਿ ਜੋ ਰੱਖੜੀ ਦਾ ਦਿਨ ਕੱਲ੍ਹ ਨੂੰ ਆ ਰਿਹਾ ਅਤੇ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਅਤੇ ਜਿੱਥੇ ਬਾਕੀ ਲੋਕਾਂ ਦੇ ਉੱਤੇ ਇਸ ਤਿਉਹਾਰ ਦਾ ਪ੍ਰਭਾਵ ਹੈ, ਲੋਕ ਇਸ ਦਿਨ ਨੂੰ ਬੜੀ ਉਤਸ਼ਾਹ ਨਾਲ ਮਨਾਉਂਦੇ ਨੇ। ਗੁਰਬਾਣੀ ਸਾਨੂੰ ਇਸ ਮੌਕੇ 'ਤੇ ਕੀ ਅਗਵਾਈ ਦਿੰਦੀ ਹੈ? ਕੀ ਵਾਕਈ ਸਾਡੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਜਾਂ ਸਾਡੇ ਸਿੱਖ ਪਰਿਵਾਰਾਂ ਦੇ ਨਾਲ ਵੀ ਇਹਨਾਂ ਤਿਉਹਾਰਾਂ ਦਾ ਕੋਈ ਸੰਬੰਧ ਹੈ? ਸਾਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਇਸ ਬਾਰੇ ਵਿਚਾਰ ਜਿਹੜੇ ਆ ਜ਼ਰੂਰ ਦੱਸੋ ਜੀ। ਹਾਂਜੀ, ਜਿੰਨੇ ਵੀ ਵੀਰ ਭੈਣਾਂ ਜੁੜੇ ਨੇ ਔਰ ਜਿੰਨੀ ਸਿੱਖੀ ਲਹਿਰ ਦੀ ਇਹ ਸਾਰੇ ਪ੍ਰਬੰਧ ਕਰਨ ਵਾਲੇ ਟੀਮ, ਸਾਰਿਆਂ ਨੂੰ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜਿੱਥੇ ਤੱਕ ਗੁਰਬਾਣੀ ਦੀ ਸੇਧ ਦਾ ਮਸਲਾ ਹੈ, ਇਸ ਮਸਲੇ ਦੇ ਉੱਥੇ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੇ ਵੀਰ ਭੈਣਾਂ ਪੜ੍ਹਦੇ ਉਹ ਤਾਂ ਬਾਖੂਬੀ ਇਸ ਨੂੰ ਛੇਤੀ ਸਮਝ ਲੈਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿੰਨੀਆਂ ਫੋਕੀਆਂ ਰਸਮਾਂ ਰੀਤਾਂ ਰਿਵਾਜ, ਉਹਨਾਂ ਸਾਰੀਆਂ ਨੂੰ ਇੱਕ ਵੱਡਿਓਂ ਰੱਦ ਕੀਤਾ ਹੈ ਵੀ ਜਿਨ੍ਹਾਂ ਦਾ ਤੁਹਾਡੇ ਸਮਾਜ ਵਿੱਚ, ਤੁਹਾਡੇ ਪਰਿਵਾਰ ਵਿੱਚ, ਤੁਹਾਡੇ ਜੀਵਨ ਵਿੱਚ ਕੋਈ ਰੋਲ ਨਹੀਂ, ਕੋਈ ਉਹਨਾਂ ਦਾ ਮਹੱਤਵ ਨਹੀਂ। ਉਹ ਰੀਤਾਂ ਰਸਮਾਂ ਫੋਕੀਆਂ ਜਾਂ ਇੰਝ ਕਹਿ ਲਓ ਵੀ ਮਰੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ ਜਾਂ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਘਸੀਟਦੇ ਫਿਰਦੇ ਹੋ। ਹਾਂਜੀ, ਇਹਨਾਂ ਦਾ ਫਾਇਦਾ ਕੀ ਹੋਏਗਾ? ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਉਹ ਰੀਤਾਂ ਰਸਮਾਂ ਰਿਵਾਜ ਭਾਵੇਂ ਉਹ ਸਮਾਜਿਕ ਤੌਰ ਤੇ ਆ, ਭਾਵੇਂ ਧਾਰਮਿਕ ਤੌਰ ਤੇ ਆ, ਭਾਵੇਂ ਰਾਜਨੀਤੀ ਦੇ ਤੌਰ ਤੇ ਆ, ਉਹਨਾਂ ਤਮਾਮ ਰੀਤਾਂ ਰਸਮਾਂ ਰਿਵਾਜਾਂ ਦਾ ਜਿਹੜਾ ਵਾ ਉਹ ਗੁਰਬਾਣੀ ਦੇ ਵਿੱਚ ਖੰਡਨ ਮਿਲਦਾ ਆ। ਔਰ ਇੱਕ ਕਮਾਲ ਦੀ ਗੱਲ ਦੇਖੋ ਕਿ ਜੇ ਰੀਤਾਂ ਰਸਮਾਂ ਸਾਡੇ ਗੁਰਬਾਣੀ ਦੇ ਬੇਸਿਕ ਸਿਧਾਂਤਾਂ ਤੋਂ ਉੱਤੇ ਅਸੀਂ ਉਹਨਾਂ ਨੂੰ ਮਾਨਤਾ ਦੇ ਰਹੇ ਹਾਂ ਕਿ ਗੁਰਬਾਣੀ 'ਚ ਕੀ ਲਿਖਿਆ ਜਾਂ ਗੁਰਬਾਣੀ ਸਾਨੂੰ ਕਿੱਦਾਂ ਦਾ ਜੀਵਨ ਜਿਉਣ ਲਈ ਕਹਿੰਦੀ ਆ, ਗੁਰਬਾਣੀ ਨੇ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਕਿਵੇਂ ਦੀਆਂ ਦਿੱਤੀਆਂ, ਜੇ ਇਹ ਸਾਰਾ ਕੁਝ ਛੱਡ ਕੇ ਤੇ ਰੱਖੜੀ ਸਾਨੂੰ ਬੜੀ ਯਾਦ ਆ ਜਾਂ ਰੱਖੜੀ ਨੂੰ ਬੜੀ ਅਹਿਮੀਅਤ ਦੇ ਰਹੇ ਆ ਜਾਂ ਰੱਖੜੀ ਦੀ ਸਾਨੂੰ ਬੜੀ ਚਿੰਤਾ ਹੁੰਦੀ ਆ ਵੀ ਇਹਦੇ ਨਾਲ ਕੀ ਹੋ ਚੱਲਿਆ, ਜੇ ਮਨਾ ਲਾਂਗੇ ਇਹਦੇ ਨਾਲ ਕੀ ਲੱਥ ਚੱਲਿਆ, ਇਹਦੇ ਨਾਲ ਕੀ ਫਰਕ ਪੈਣ ਲੱਗਾ। ਹਾਂਜੀ, ਤਾਂ ਫਿਰ ਸਾਨੂੰ ਇਹ ਗੱਲ ਜ਼ਰੂਰ ਚੇਤਾ ਰੱਖਣੀ ਚਾਹੀਦੀ ਆ ਵੀ ਬਾਬਾ ਜੀ ਨੇ ਬਾਣੀ ਦੇ ਅੰਦਰ ਇੱਕ ਸਲੋਕ ਰੱਖਿਆ ਹੈ। ਬਾਬਾ ਜੀ ਕਹਿੰਦੇ ਆ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ। ਵਾਹ ਵਾਹ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ।
ਤੋ ਸਾਹਿਬ ਸੇਤੀ ਪਤ ਰਹਿ ਵਾਲੇ ਮਸਲੇ ਦੇ ਉੱਤੇ ਸਾਨੂੰ ਜ਼ਿਆਦਾ ਕੇਂਦਰਿਤ ਹੋਣ ਦੀ ਲੋੜ ਆ। ਇਹੋ ਜਿਹੀਆਂ ਫੋਕੀਆਂ ਰੀਤਾਂ ਰਸਮਾਂ ਰਿਵਾਜਾਂ ਦੇ ਵਿੱਚ ਨਾ ਅਸੀਂ ਆਪ ਉਲਝੀਏ, ਨਾ ਅਸੀਂ ਆਪਣੇ ਸਮਾਜ ਨੂੰ ਉਲਝਾਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਸਿਰਫ ਇਹ ਇੱਕ ਨਹੀਂ ਆ, ਅਨੇਕਾਂ ਹੋਰ ਇਹੋ ਜਿਹੀਆਂ ਜਿਹੜੀਆਂ ਰੀਤਾਂ ਰਸਮਾਂ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਰਿਆਦਾ ਦਾ ਨਾਂ ਦੇ ਕੇ ਵੀ ਥੋਪਿਆ ਹੋਇਆ ਸੀ ਸਮਾਜ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਉਹਨਾਂ ਸਾਰੀਆਂ ਜਿਹੜੀਆਂ ਰੀਤਾਂ ਰਸਮਾਂ ਮਰਿਆਦਾ ਦਾ ਹਿੱਸਾ ਬਣਾ ਕੇ ਵੀ ਥੋਪੀਆਂ ਸੀ, ਉਹ ਵੀ ਬਾਣੀ ਦੇ ਵਿੱਚ ਖੰਡਨ ਕੀਤੀਆਂ ਹੋਈਆਂ। ਹਾਂਜੀ, ਉਹਨਾਂ ਨੂੰ ਵੀ ਕੋਈ ਮਾਨਤਾ ਨਹੀਂ ਦਿੱਤੀ। ਜਿਵੇਂ ਜਿਵੇਂ ਵੇਖੋ ਕਿ ਮਾਥੇ ਤਿਲਕ, ਹੱਥ ਮਾਲਾ, ਬਾਣਾ, ਲੋਗਨ ਰਾਮ ਖਿਲਾਉਣਾ ਜਾਣਾ, ਜਾਂ ਜਦੋਂ ਆਪਾਂ ਵੇਖਦੇ ਹਾਂ ਵੀ ਉਹ ਜਿਹੜਾ ਸਲੋਕ ਆਸਾ ਕੀ ਵਾਰਦਾ ਹੈ, ਗਊ ਬਿਰਾਮਣ ਕਉ ਕਰ ਲਾਵੋ, ਗੋਬਰ ਤਰਨ ਜਾਈ, ਧੋਤੀ ਟਿੱਕਾ ਤੈ ਜਪਮਾਲੀ, ਧਾਨ ਮਲੇਸ਼ਾਂ ਖਾਈ। ਹਾਂਜੀ, ਹੁਣ ਧੋਤੀ ਟਿੱਕਾ ਤੇ ਜਪਮਾਲੀ ਦੀ ਗੱਲ ਆਈ ਆ ਕਿ ਜੇ ਤੁਸੀਂ ਮਲੇਸ਼ਾਂ ਦਾ ਧਾਨ ਖਾ ਰਹੇ ਹੋ, ਭਾਵ ਕਿ ਉਹਨਾਂ ਦੀ ਰਹਿਣੀ ਰਹਿਤ, ਉਹਨਾਂ ਦੀ ਬੋਲੀ, ਉਹਨਾਂ ਦੇ ਹੁਕਮ ਤੁਸੀਂ ਪੁਗਾ ਰਹੇ ਹੋ, ਉਹਨਾਂ ਦੀ ਹਾਂ ਝਾਂ ਮਿਲਾ ਰਹੇ ਹੋ ਤੇ ਮਨੁੱਖਤਾ ਦਾ ਘਾਣ ਕਰ ਰਹੇ ਹੋ, ਇਹ ਤੁਹਾਡੇ ਟਿੱਕੇ, ਧੋਤੀਆਂ ਤੇ ਜਪਮਾਲੀਆਂ ਇਹ ਕੀ ਅਰਥ ਰੱਖਦੀਆਂ ਨੇ? ਸਤਿਗੁਰੂ ਜੀ ਦੀ ਬਾਣੀ ਨੇ ਇਹੋ ਜਿਹੀਆਂ ਫੋਕੀਆਂ ਰੀਤਾਂ ਰਸਮਾਂ ਜਿਨ੍ਹਾਂ ਦੇ ਵਿੱਚ ਕੋਈ ਕਦਰਾਂ ਕੀਮਤਾਂ ਨਾ ਹੋਣ ਜਾਂ ਜਿਹਦੇ 'ਚ ਕੋਈ ਭਲਾ ਹੋਣ ਦੀ ਗੱਲ ਨਾ ਹੋਵੇ, ਸਿਰਫ ਇੱਕ ਕਹਿ ਲਓ ਕਿ ਸਵਾਰਥ ਜਿਹਾ ਆ, ਜਾਂ ਬਹੁਤਾ ਜ਼ਿਆਦਾ ਆਪਾਂ ਅੱਗੇ ਵਿਚਾਰ ਕਰ ਲੈਂਦੇ ਹਾਂ ਕਿ ਇਹਦੇ 'ਚ ਮਤਲਬ ਪ੍ਰਸਤੀ ਜੀ ਆ, ਲੋਭ ਲਾਲਚ ਜਿਹਾ ਝਲਕਦਾ ਆ। ਭਾਵੇਂ ਕਿ ਨਾ ਇਹਨੂੰ ਜਿਹੜਾ ਆ ਉਹ ਰੱਖੜੀ ਦਾ ਦਿੱਤਾ ਆ, ਭੈਣ ਭਰਾ ਦੇ ਪਿਆਰ ਦਾ ਦਿੱਤਾ ਆ, ਪਰ ਅਸਲੀਅਤ ਵਿੱਚ ਬਹੁਤਾ ਕੁਝ ਜਿਹੜਾ ਇਹਦੇ ਵਿੱਚ ਆ ਉਹ ਲੋਭ ਲਾਲਚ ਤੇ ਸਵਾਰਥ ਤੇ ਮੂੰਹ ਮਲਾਜਾ ਜਿਹਾ ਦਿਸਦਾ, ਹੋਰ ਇਹਦੇ ਚ ਕੁਛ ਨਹੀਂ ਹੈਗਾ। ਹਾਂਜੀ, ਇਹੋ ਜਿਹੀਆਂ ਚੀਜ਼ਾਂ ਨੂੰ ਗੁਰਬਾਣੀ ਨਹੀਂ ਮੰਨਦੀ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਜਦੋਂ ਅਸੀਂ ਭਗਤ ਫਰੀਦ ਜੀ ਦੇ ਸਲੋਕਾਂ ਦਾ ਪਾਠ ਕਰਦੇ ਹਾਂ ਤੇ ਉਹਨਾਂ ਵਿੱਚ ਵੀ ਬਹੁਤ ਪਿਆਰਾ ਬਚਨ ਜਿਹੜਾ ਵਾ ਉਹ ਆਪਾਂ ਪੜ੍ਹਦੇ ਹਾਂ ਕਿ ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈ ਐ, ਛੱਪਰ ਟੁੱਟੇ ਮੇ। ਤੇ ਉੱਥੇ ਭਗਤ ਫਰੀਦ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਗੱਲ ਦੀ ਜਿਹੜੀ ਗੱਲ ਵਿਆਖਿਆ ਵਾ ਉਹ ਕੀਤੀ ਆ ਕਿ ਜੇ ਇਨਸਾਨ ਦੀ ਜ਼ਿੰਦਗੀ 'ਚ ਲਾਲਚ ਆ, ਲਾਲਚ ਦੇ ਉੱਪਰ ਖਲੋਤਾ ਹੋਇਆ ਪਿਆਰ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਹੋਏਗਾ? ਜਿਵੇਂ ਕੋਈ ਮਨੁੱਖ ਛਪੜੀ ਦੇ ਥੱਲੇ ਖਲੋਤਾ ਹੋਵੇ ਤੇ ਉੱਤੋਂ ਮੀਂਹ ਪੈ ਰਿਹਾ ਹੋਵੇ ਤੇ ਉਸ ਵਰਖਾ ਦੇ ਪਾਣੀ ਤੋਂ ਆਪਣੇ ਤਨ ਨੂੰ ਭਿੱਜਣ ਤੋਂ ਬਚਾ ਨਹੀਂ ਸਕਦਾ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਜੇ ਲਾਲਚ ਹੈ ਤੇ ਕਾਹਦਾ ਪਿਆਰ? ਲੱਭ ਤਾਂ ਕੂੜਾ ਨੇ, ਕੂੜੇ ਦਾ ਅਰਥ ਹੈ ਝੂਠਾ ਹੈ ਪਿਆਰ। ਫਿਰ ਜੇ ਇਨਸਾਨ ਦੀ ਜ਼ਿੰਦਗੀ 'ਚ ਲਾਲਚ ਹੈ ਤੇ ਕਿਤੇ ਨਾ ਕਿਤੇ ਅਸੀਂ ਵੇਖਦੇ ਹਾਂ ਵੀ ਜਿਹੜਾ ਇਹ ਤਿਉਹਾਰ ਰੱਖੜੀ ਦਾ ਵਾ ਇਹ ਕਿਤੇ ਨਾ ਕਿਤੇ ਲਾਲਚ ਉੱਤੇ ਖਲੋਤਾ ਹੋਇਆ। ਵੀ ਵੇਖੋ ਭੈਣ ਆਪਣੇ ਘਰੋਂ ਜਦੋਂ ਰੱਖੜੀ ਧਾਗਾ ਲੈ ਕੇ ਬਾਜ਼ਾਰੋਂ ਤੁਰਦੀ ਆ, ਨਾਲ ਮਠਿਆਈ ਦੇ ਡੱਬੇ ਲੈ ਕੇ ਤੁਰਦੀ ਆ, ਤਾਂ ਸਾਰਿਆਂ 'ਤੇ ਨਹੀਂ ਟੁਕਦੀ, ਪਰ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਬੈਠੀ ਹੁੰਦੀ ਵੀ ਮੈਂ ਰੱਖੜੀ ਲੈ ਕੇ ਜਾਣੀ, ਅੱਗਿਓਂ ਮੇਰੇ ਵੀਰ ਨੇ ਮੈਨੂੰ ਕੁਝ ਨਾ ਕੁਝ ਅੱਗਿਓਂ ਦੇਣਾ ਹੈ। ਤੋ ਜੇ ਮੰਨ ਲਓ ਉਹ ਕਵੇ ਮੇਰੇ ਹੱਥ ਖੜੇ ਨੇ, ਮੈਂ ਭੈਣਾਂ ਕੁਝ ਦੇ ਨਹੀਂ ਸਕਦਾ, ਤੇ ਫਿਰ ਕਿੰਨੀਆਂ ਭੈਣਾਂ ਨੇ ਜਿਹੜੀਆਂ ਦੁਆਵਾਂ ਦਿੰਦੀਆਂ ਆਉਂਦੀਆਂ ਨੇ ਆਪਣੇ ਭਰਾਵਾਂ ਨੂੰ। ਤੇ ਨਾਲੇ ਜੇ ਰਕਸ਼ਾ ਦੀ ਗੱਲ ਕਰੀਏ, ਇੱਥੇ ਬਹੁਤ ਐਸੇ ਮੈਂ ਭਰਾ ਵੇਖੇ ਜਿਹੜੇ ਆਪ ਸਮੈਕਾਂ ਪੀਂਦੇ ਆ, ਡਰੱਗ ਪੀਂਦੇ ਆ, ਤੇ ਭੈਣ ਚੰਗੇ ਘਰ 'ਚ ਵਿਆਹੀ ਹੋਈ ਆ, ਭਲਾ ਉਹ ਵੀ ਆਪਣੇ ਭਰਾ ਦੇ ਕੋਲੋਂ ਰਕਸ਼ਾ ਦੀ ਆਸ ਰੱਖਦੀ ਹੈ ਵੀ ਤੂੰ ਮੇਰੀ ਰਕਸ਼ਾ ਕਰੇਗਾ। ਨਾਲ ਰਕਸ਼ਾ ਬੰਧਨ ਕਿਤੇ ਨਾ ਕਿਤੇ ਔਰਤ ਨੂੰ ਅਬਲਾ ਕਮਜ਼ੋਰ ਬਣਾਉਣ ਵਾਲੇ ਦਿਨ ਆ। ਤੇ ਨਾਲੇ ਇੱਕ ਚੀਜ਼ ਜੇ ਦੇਖੋ ਭੈਣ ਭਰਾ ਦੇ ਪਿਆਰ ਦਾ ਹੀ ਮਸਲਾ, ਹਾਂਜੀ, ਤੇ ਭੈਣ ਨੇ ਭਰਾ ਨੂੰ ਬੱਧੀ ਤੇ ਭਰਾ ਦਾ ਵੀ ਫਰਜ਼ ਬਣਦਾ ਭੈਣ ਨੂੰ ਬੰਨੇ। ਬਿਲਕੁਲ ਬਿਲਕੁਲ, ਹੈ ਨਾ? ਭਰਾ ਭੈਣ ਨੂੰ ਕਿਉਂ ਨਹੀਂ ਬੰਨਦਾ? ਬਿਲਕੁਲ ਬਿਲਕੁਲ, ਵੀ ਜੇ ਪਿਆਰ ਦੀ ਗੱਲ ਹੈ ਤੇ ਭਰਾ ਵੀ ਤੇ ਭੈਣ ਨੂੰ ਓਨਾ ਹੀ ਪਿਆਰ ਕਰਦਾ ਨਾ, ਓਨਾ ਹੀ ਕਰਦਾ। ਬਿਲਕੁਲ ਠੀਕ ਹੈ। ਕੱਲੀ ਭੈਣ ਹੀ ਕਿਉਂ ਰੱਖੜੀ ਬੰਨ੍ਹਦੀ ਹੈ, ਭਰਾ ਕਿਉਂ ਨਹੀਂ ਬੰਨ੍ਹਦਾ ਉਹਨੂੰ? ਬਿਲਕੁਲ ਠੀਕ ਹੈ, ਹੈ ਨਾ? ਫਿਰ ਜੇ ਪਿਆਰ ਦੀ ਗੱਲ ਆ ਤਾਂ ਜਿਹੜੇ ਘਰ 'ਚ ਮਾਂ ਬਾਪ ਆ ਉਹ ਧੀਆਂ ਪੁੱਤਾਂ ਨੂੰ ਪਿਆਰ ਨਹੀਂ ਕਰਦੇ। ਹਾਂ ਬਿਲਕੁਲ ਠੀਕ ਹੈ। ਤੇ ਫਿਰ ਉਹ ਵੀ ਪਿਆਰ, ਜੇ ਤੇ ਪਿਆਰ ਦੇ ਮਸਲੇ ਦੇ ਉੱਤੇ ਆ, ਫਿਰ ਪਿਆਰ ਦੇ ਮਸਲੇ ਦੇ ਉੱਤੇ ਤਾਂ ਸਾਡੇ ਬੜੇ ਰਿਸ਼ਤੇ ਆ ਇੱਦਾਂ ਦੇ ਜਿਹੜੇ ਸਮਾਜ ਵਿੱਚ ਘਰਾਂ ਵਿੱਚ ਆ ਵੀ ਸਾਰੇ ਇੱਕ ਦੂਜੇ ਨੂੰ ਬੰਨ੍ਹ ਸਕਦੇ ਆ। ਇਹਦੇ 'ਚ ਤਾਂ ਫਿਰ ਤਾਂ ਕੋਈ ਰੌਲਾ ਹੈ ਹੀ ਨਹੀਂਗਾ। ਨਾਲੇ ਵੇਖੋ ਭਾਈ ਸੁਖਿੰਦਰ ਸਿੰਘ ਜੀ, ਇੱਕ ਜਦੋਂ ਆਪਾਂ ਕਥਾ ਵਿਚਾਰ ਕਰਨ ਵਾਸਤੇ ਜਾਂਦੇ ਹਾਂ ਤੇ ਇੱਕ ਸਰੋਤੇ ਆਮ ਸਵਾਲ ਕਰਦੇ ਆ, ਵੇਖੋ ਜੀ ਜਿਨ੍ਹਾਂ ਨੇ ਗੁਰਬਾਣੀ ਦੀ ਆਪ ਸਟੱਡੀ ਨਹੀਂ ਕੀਤੀ, ਜਿਨ੍ਹਾਂ ਸਾਰੀ ਜ਼ਿੰਦਗੀ ਡੇਰਿਆਂ ਦੀਆਂ ਪਰਿਕਰਮਾ ਕੀਤੀਆਂ ਵਾ, ਬਾਬਿਆਂ ਦੇ ਪੈਰਾਂ ਦੀ ਖਾਕ ਚੁੱਕ ਕੇ ਮੱਥੇ ਨੂੰ ਲਾਈ ਆ, ਜਿਨ੍ਹਾਂ ਨੇ ਗੁਰਬਾਣੀ ਦੀ ਵਿਚਾਰ ਤੱਕ ਜਾਂ ਨਾ ਸਿੱਖ ਇਤਿਹਾਸ ਦੀ ਕੋਈ ਨੌਲੇਜ ਆ, ਨਾ ਕੋਈ ਗੁਰਬਾਣੀ ਬਾਰੇ ਕੋਈ ਬੋਧ ਆ, ਉਹ ਅਕਸਰ ਇੱਕ ਸਵਾਲ ਕਰਦੇ ਆ, ਵੇਖੋ ਜੀ ਤੁਸੀਂ ਤਿਉਹਾਰਾਂ ਤੋਂ ਰੋਕਦੇ ਹੋ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਬਹੁਤ ਸੋਹਣੀ ਤਸਵੀਰ ਜਿਹੜੀ ਅਸੀਂ ਵੇਖਦੇ ਆ, ਉਹ ਬੇਬੇ ਨਾਨਕ ਜੀ ਦੇ ਕੋਲ ਬੈਠੇ ਆ, ਫੁਲਕਾ ਜਿਹੜਾ ਫੁੱਲ ਰਿਹਾ ਵਾ
ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁੱਟ ਤੇ ਬੇਬੇ ਨਾਨਕੀ ਰੱਖੜੀ ਬੰਨ੍ਹ ਰਹੀ ਆ, ਤੇ ਤੁਸੀਂ ਇਹਦੇ ਬਾਰੇ ਜ਼ਰੂਰ ਸੰਗਤਾਂ ਨੂੰ ਦੱਸੋ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਤਸਵੀਰਾਂ ਵਿੱਚ ਕਿੰਨੀ ਕੁ ਸੱਚਾਈ ਆ ਤੇ ਗੁਰਮਤਿ ਸਾਨੂੰ ਕੀ ਕਹਿੰਦੀ ਹੈ। ਹਾਂਜੀ, ਗੱਲ ਇੱਦਾਂ ਕਿ ਦੇਖੋ, ਸਾਡੀ ਕੌਮ ਇਸ ਗੱਲੋਂ ਬੜੀ ਮਹਾਨ ਆ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਬਹੁਤ ਉੱਤਮ ਤੇ ਕੀਮਤੀ ਗੁਰੂ ਸਾਹਿਬ ਜੀ ਦਾ ਬਖਸ਼ਿਆ ਖਜ਼ਾਨਾ ਆ। ਹਾਂਜੀ, ਹੁਣ ਜਦੋਂ ਕਿਸੇ ਗੱਲ ਦਾ ਕੋਈ ਫੈਸਲਾ ਕਰਨਾ ਆ, ਨਿਰਣਾ ਕਰਨਾ ਆ, ਤਾਂ ਉਹ ਅਸੀਂ ਤਸਵੀਰਾਂ ਵੱਲ ਵੇਖ ਕੇ ਨਹੀਂ ਕਰਨਾ। ਬਿਲਕੁਲ ਠੀਕ ਆ, ਵੈਰੀ ਗੁੱਡ। ਵੀ ਫਲਾਨੀ ਤਸਵੀਰ ਜਿਹੜੀ ਆ ਉਹ ਆਹ ਕਹਿੰਦੀ ਆ ਤੇ ਫਲਾਨੀ ਤਸਵੀਰ ਆਹ ਕਹਿੰਦੀ ਆ। ਸਾਨੂੰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜੋ ਗੁਰੂ ਸਾਹਿਬ ਨੇ ਆਪ ਕਲਮਬੰਦ ਕੀਤਾ ਉਹ ਕੀ ਕਹਿੰਦਾ, ਠੀਕ ਹੈ। ਕਿਉਂਕਿ ਜੇ ਤਸਵੀਰਾਂ ਦੇ ਆਧਾਰ ਤੇ ਅੱਜ ਰੱਖੜੀ ਜਿਹੜੀ ਆ ਉਹਨੂੰ ਅਪਰੂਵ ਕਰਨ ਦੀ ਗੱਲ ਕਰਾਂਗੇ, ਤਾਂ ਕੱਲ ਨੂੰ ਤਸਵੀਰਾਂ ਵੱਲ ਵੇਖ ਕੇ ਕੋਈ ਮਾਲਾ ਵੀ ਅਪਰੂਵ ਕਰਨ ਦੀ ਕੋਸ਼ਿਸ਼ ਕਰੂਗਾ। ਠੀਕ ਹੈ। ਕੱਲ ਨੂੰ ਤਸਵੀਰਾਂ ਵੱਲ ਵੇਖ ਕੇ ਕੋਈ ਗੜਵਾ ਵੀ ਅਪਰੂਵ ਕਰਨ ਦੀ ਗੱਲ ਕਰੂਗਾ। ਤਾਂ ਤਸਵੀਰਾਂ ਵੱਲ ਵੇਖ ਕੇ ਫੈਸਲੇ ਨਹੀਂ ਕੌਮਾਂ ਨੇ ਕਰਨੇ। ਵੈਸੇ ਵੀ ਤਸਵੀਰਾਂ ਜਿੰਨੀਆਂ ਹੈਗੀਆਂ ਵਾ, ਬਹੁਤੇ ਵੀਰ ਭੈਣਾਂ ਜਾਣਦੇ ਆ ਕਿ ਇਹ ਸਾਰੀਆਂ ਤਸਵੀਰਾਂ ਲਗਭਗ ਜਿਹੜੀਆਂ ਵਾ ਉਹ ਮਨੋਕਲਪਿਤ ਆ। ਇਹਨਾਂ 'ਚ ਗੁਰੂ ਸਾਹਿਬ ਦੀ ਅਸਲ ਤਸਵੀਰ ਕੋਈ ਵੀ ਨਹੀਂ ਗੀ। ਤੋ ਕੱਲੇ ਬੇਬੇ ਨਾਨਕੀ ਦੇ ਰੱਖੜੀ ਬੰਨਣ ਵਾਲੀ ਜਿਹੜੀ ਫੋਟੋ ਆ ਉਹ ਨਹੀਂ ਮਸਲਾ ਹੈਗਾ। ਉਹਦੇ ਨਾਲ ਵੇਖੋ ਵੀ ਹੋਰ ਤਸਵੀਰਾਂ ਵੀ ਬਥੇਰੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਮਨਮਤ ਤੇ ਕਰਮਕਾਂਡਾਂ ਨੂੰ ਪ੍ਰਮੋਟ ਕਰਦੀਆਂ। ਦੂਜੀ ਗੱਲ, ਸਾਨੂੰ ਇਹ ਵੀ ਵੇਖਣ ਦੀ ਲੋੜ ਆ ਵੀ ਜਿਹੜੇ ਵਪਾਰੀ ਲੋਕ ਆ ਨਾ, ਜਦੋਂ ਉਹਨਾਂ ਨੇ ਵੇਖਿਆ ਵੀ ਇਹ ਤਿਉਹਾਰ ਆ ਰਿਹਾ ਤੇ ਇਸ ਤਿਉਹਾਰ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਵੀ ਜਿਹੜੇ ਆ ਵੀ ਉਹ ਵੀ ਹਿੱਸਾ ਲੈਂਦੇ ਆ ਜਾਂ ਆਪਣਾ ਕੁਛ ਨਾ ਕੁਛ ਇੱਧਰ ਝੁਕਾਅ ਰੱਖਦੇ ਆ, ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਵੀ ਉਹ ਜਿੱਥੇ ਰੱਖੜੀ ਵੇਚਦੇ ਆ ਜਾਂ ਹੋਰ ਸਮਾਨ ਵੇਚਦੇ ਆ, ਉਹਨਾਂ ਨੇ ਇੱਕ ਫੋਟੋ ਬਣਾ ਕੇ ਵੀ ਰੱਖ ਲਈ ਵੀ ਚੱਲ 50-10 ਰੁਪਈਆਂ ਦੀ ਇਹ ਵੀ ਤਾਂ ਵਿਕੂਗੀ, ਤਾਂ ਉਹਨਾਂ ਨੇ ਆਪਣੀ ਫੋਟੋ ਵੇਚ ਲਈ। ਬਿਲਕੁਲ ਠੀਕ। ਤੋ ਫੋਟੋਆਂ ਜਿਹੜੀਆਂ ਵਾ ਉਹ ਮਨੋਕਲਪਿਤ ਆ, ਫੋਟੋਆਂ ਅਸਲੀਅਤ ਵਿੱਚ ਨਹੀਂ ਹੈਗੀਆਂ। ਇਸ ਕਰਕੇ ਫੋਟੋਆਂ ਵੱਲ ਵੇਖ ਕੇ ਜੇ ਕਿਸੇ ਨੇ ਰੱਖੜੀ ਬੰਨਣੀ ਆ, ਵੀ ਗੁਰੂ ਨਾਨਕ ਸਾਹਿਬ ਦੇ ਗੁੱਟ ਤੇ ਬੇਬੇ ਨਾਨਕੀ ਜੀ ਨੇ ਵੀ ਰੱਖੜੀ ਬੱਧੀ ਆ, ਤਾਂ ਫਿਰ ਤਾਂ ਤਰਸੀ ਕਰਨ ਦੀ ਲੋੜ ਆ, ਕਿਉਂਕਿ ਇਹ ਫੋਟੋ ਜਿਹੜੀ ਆ ਉਹ ਅਸਲੀ ਨਹੀਂ ਆ। ਤਾਂ ਉਸ ਟਾਈਮ ਤੇ ਫੋਟੋ ਲਾਉਣ ਵਾਲਾ ਵੀ ਨੇੜੇ ਕੋਈ ਨਹੀਂ ਸੀਗਾ ਜਦੋਂ ਰੱਖੜੀ ਬੱਧੀ ਗਈ ਆ। ਨਾਲੇ ਗੱਲ ਬਿਲਕੁਲ ਤੁਹਾਡੀ ਸਹੀ ਆ। ਇਹ ਤਸਵੀਰਾਂ ਜਿਹੜੀਆਂ ਵਾ ਚਿੱਤਰਕਾਰ ਸੋਭਾ ਸਿੰਘ ਦੀ ਦੇਣ ਵਾ। 1923 'ਚ ਪਹਿਲੀ ਵਾਰ ਤਸਵੀਰ ਜਿਹੜੀ ਆ ਉਹ ਇੱਕ ਵਿਅਕਤੀ ਨੂੰ ਸਾਹਮਣੇ ਬਿਠਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਣਾ ਕੇ ਤੇ ਇਹ ਕਿਹਾ ਗਿਆ ਵੀ ਇਹ ਗੁਰੂ ਨਾਨਕ ਸਾਹਿਬ ਦੀ ਤਸਵੀਰ ਆ। ਤੋ ਜਿੰਨੀਆਂ ਵੀ ਅੱਜ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ ਹੋਈਆਂ ਨੇ, ਇਹਨਾਂ ਵਿੱਚੋਂ ਇੱਕ ਵੀ ਤਸਵੀਰ ਗੁਰੂ ਸਾਹਿਬ ਜੀ ਦੀ ਓਰੀਜਨਲ ਨਹੀਂ ਆ। ਨਾਲੇ ਸਾਨੂੰ ਗੁਰੂ ਸਾਹਿਬ ਤਸਵੀਰਾਂ ਨਾਲ ਜੋੜਨ ਨਹੀਂ ਸੀ ਆਏ। ਸਾਡੇ ਵਾਸਤੇ ਗੁਰਮੂਰਤ ਗੁਰ ਸ਼ਬਦ ਹੈ। ਤੋ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਡੇਰੇਦਾਰ ਲੋਕ ਵਾ ਉਹ ਵੀ ਇਸੇ ਕਰਕੇ ਫੋਟੋਆਂ ਨੂੰ, ਤਸਵੀਰਾਂ ਨੂੰ ਪ੍ਰਮੋਟ ਤਾਂ ਕਰਦੇ ਵੀ ਉਹਦੀ ਆੜ 'ਚ ਬਾਬਿਆਂ ਦੀਆਂ ਤਸਵੀਰਾਂ ਘਰਾਂ 'ਚ ਲੱਗ ਸਕਣ ਤੇ ਦੇਹਧਾਰੀ ਪੂਜਾ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੀ ਆ ਉਹ ਜਾਰੀ ਰਹਿ ਸਕੇ। ਤੋ ਖੈਰ, ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਰੱਖੜੀ ਦੀ, ਕਿਉਂਕਿ ਮੈਂ ਵੇਖ ਰਿਹਾ ਸੀ ਸਵੇਰ ਦਾ ਮਹਿਸੂਸ ਕਰ ਰਿਹਾ ਵਾਂ ਕਿ ਤਰ੍ਹਾਂ ਦੇ ਇਹਦੇ ਬਾਰੇ ਵਿਚਾਰ ਜਿਹੜੇ ਆ ਰਹੇ ਆ। ਕੋਈ ਕਹਿੰਦਾ ਵੇਖੋ ਜੀ ਭੈਣ ਭਰਾ ਦਾ ਪਿਆਰ ਆ, ਇਹਦੇ ਵਿੱਚ ਸਾਨੂੰ ਕੀ ਤਕਲੀਫ ਆ। ਹੁਣ ਵੇਖੋ, ਪਹਿਲੀ ਗੱਲ ਤਾਂ ਇਹ ਵੀ ਭਾਈ ਸੁਖਵਿੰਦਰ ਸਿੰਘ ਜੀ ਵੀ ਜੇ ਮੰਨ ਲਓ, ਇਹ ਵੀ ਨਹੀਂ ਅਸੀਂ ਕਹਿੰਦੇ ਵੀ ਜਿਹੜੇ ਰੱਖੜੀਆਂ ਨਹੀਂ ਬੰਨ੍ਹਦੇ ਉਹਨਾਂ 'ਚ ਪਿਆਰ ਜ਼ਿਆਦਾ, ਜਿਹੜੇ ਬੰਨ੍ਹਦੇ ਉਹਨਾਂ 'ਚ ਪਿਆਰ ਜਿਹੜਾ ਵਾ ਘੱਟ ਵਾ। ਨਹੀਂ, ਇਹ ਧਾਗੇ ਦਾ ਮੁਹਤਾਜ ਨਹੀਂ ਹੈਗਾ ਭੈਣ ਭਰਾ ਦਾ ਪਿਆਰ। ਤੇ ਇੱਕ ਚੀਜ਼ ਆਮ ਆਪਾਂ ਬਾਣੀ 'ਚੋਂ ਵੀ ਜਿਹੜੀ ਮਹਿਸੂਸ ਕਰਦੇ ਹਾਂ ਵੀ ਜੇ ਪਿਆਰ ਲਾਲਚ ਉੱਤੇ ਖਲੋਤਾ ਤੇ ਸਦਾ ਨਹੀਂ ਨਿਭਦਾ। ਹੁਣ ਕਈ ਪੁੱਛਦੇ ਤਾਂ ਨੁਕਸਾਨ ਕੀ ਆ? ਜੋ ਅਸੀਂ ਮਹਿਸੂਸ ਕਰਦੇ ਨੁਕਸਾਨ ਇਹ ਆ, ਮੰਨ ਲਓ ਇੱਕ ਪਰਿਵਾਰ ਦੇ ਘਰ ਸਿਰਫ 2 ਧੀਆਂ ਨੇ, ਇੱਕ ਪਰਿਵਾਰ 'ਚ ਇੱਕ ਬੇਟੀ ਬੇਟਾ ਜਾਂ ਦੋਨੋਂ ਹੀ ਬੇਟੇ ਨੇ। ਜਦੋਂ ਉਹਨਾਂ ਦੇ ਘਰ ਵਿੱਚ ਜਦੋਂ ਉਹਨਾਂ ਦੀ ਧੀ ਪੁੱਤ ਨੂੰ ਰੱਖੜੀ ਬੰਨ੍ਹਣ ਆਉਂਦੀ ਆ, ਉਹ ਦਿਨ ਐਸਾ ਜਦੋਂ ਉਹਨਾਂ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਅੱਜ ਤੁਹਾਡੇ ਘਰ ਵੀ ਪੁੱਤ ਹੁੰਦਾ ਤੇ ਤੁਸੀਂ ਵੀ ਇੱਦਾਂ ਖੁਸ਼ੀਆਂ ਮਨਾਉਂਦੇ। ਹੁਣ ਉਹ ਤਿਉਹਾਰ ਕਾਹਦਾ ਜਿਹੜਾ ਇੱਕ ਦੇ ਅੱਖਾਂ 'ਚ ਹੰਝੂ ਲੈ ਕੇ ਆਵੇ ਤੇ ਇੱਕ ਨੂੰ ਖੁਸ਼ੀ ਦੇ ਕੇ ਜਾਵੇ। ਗੁਰੂ ਸਾਹਿਬ ਨੇ ਤੇ ਸਾਨੂੰ ਹਰ ਸਮੇਂ ਖੁਸ਼ੀ ਖੇੜੇ ਨਾਲ, ਜਿਹਨੂੰ ਬਾਣੀ ਲਿਖਿਆ ਸੀ ਵੀ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਤੋ ਗੁਰਬਾਣੀ ਨੇ ਤਾਂ ਸਾਨੂੰ ਹਰ ਸਮੇਂ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ ਸੀ। ਕੋਈ ਆਪਾਂ ਨੂੰ ਇੱਦਾਂ ਦਾ ਭਾਈ ਸੁਖਵਿੰਦਰ ਸਿੰਘ ਜੀ ਹਵਾਲਾ ਮਿਲਦਾ ਵੀ ਪੁਰਾਣੇ ਸਮੇਂ ਕੋਈ ਇਹ ਜਿਹੜਾ ਤਿਉਹਾਰ ਮਨਾਉਂਦਾ ਰਿਹਾ ਹੋਵੇ ਤੇ ਇਹ ਹੁਣ ਆਣ ਕੇ ਸਾਡੇ ਵਿੱਚ ਜਿਹੜਾ ਵਾ ਉਹ ਇਹਦੀ ਕਿਤੇ ਨਾ ਕਿਤੇ ਆਪਾਂ ਜਾਗੇ ਹੋਈਏ ਤੇ ਆਪਾਂ ਇਹਦਾ ਰੋਕਥਾਮ ਲਾਈ ਹੋਵੇ, ਪਹਿਲਾਂ ਲੋਕੀ ਮਨਾਉਂਦੇ ਰਹੇ ਹੁਣ, ਕੋਈ ਇੱਦਾਂ ਦਾ ਹਵਾਲਾ ਆਪਾਂ ਨੂੰ ਇਤਿਹਾਸ ਵਿੱਚੋਂ ਪੜ੍ਹਨ ਲਈ ਸੁਣ ਲਈ ਕਿਤੇ ਮਿਲਦਾ ਹੈ ਜੀ? ਹਿੰਦੂ ਸੱਭਿਆਚਾਰ ਦੇ ਅੰਦਰ ਇਹ ਪਹਿਲਾਂ ਤੋਂ ਹੀ ਆ, ਪੁਰਾਣਾ ਵਾ। ਹਾਂਜੀ। ਪਰ ਜਿੱਥੇ ਤੱਕ ਸਿੱਖ ਸੱਭਿਆਚਾਰ ਦਾ ਮਸਲਾ ਵਾ, ਇਹਦੇ ਵਿੱਚ ਇਹਦੀ ਕੋਈ ਥਾਂ ਨਹੀਂ ਆ। ਠੀਕ ਹੈ। ਗੁਰਬਾਣੀ ਵਿੱਚ ਤਾਂ ਕਿਤੇ ਵੀ ਇਹੋ ਜਿਹਾ ਹਵਾਲਾ ਨਹੀਂ ਗਾ, ਲੇਕਿਨ ਤੁਸੀਂ ਇਤਿਹਾਸ ਨੂੰ ਵੀ ਪੜ੍ਹੋਗੇ ਤਾਂ ਇਤਿਹਾਸ ਦੇ
ਅਨੇਕਾਂ ਸੂਰਬੀਰ ਯੋਧਿਆਂ ਦੇ ਸੁਨਹਿਰੀ ਪੰਨੇ ਜਿਹੜੇ ਆ ਸਾਡੇ ਕੋਲ ਭਰੇ ਪਏ ਨੇ। ਤੇ ਕਿਤੇ ਵੀ ਕਿਸੇ ਵੀ ਥਾਂ ਤੇ ਤੁਸੀਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਲਓ, ਸਿੱਖ ਸੂਰਮਿਆਂ ਦਾ, ਸ਼ਹੀਦਾਂ ਦਾ ਇਤਿਹਾਸ ਪੜ੍ਹ ਲਓ, ਕਿਤੇ ਵੀ ਕੋਈ ਇੱਕ ਮੱਧ ਵੀ ਏਦਾਂ ਦੀ ਸਾਨੂੰ ਕਿਸੇ ਥਾਂ ਤੋਂ ਵੀ ਨਹੀਂ ਮਿਲਦੀ ਕਿ ਜਿੱਥੇ ਕਿਸੇ ਭੈਣ ਭਰਾ ਨੇ ਸ਼ਰਧਾ ਵਾਸੀ ਜਾਂ ਪਿਆਰ ਵਾਸੀ ਵੀ ਚਲੋ ਤੁਸੀਂ ਸਾਡੇ ਲਈ ਆਹ ਇੰਨਾ ਕੰਮ ਕੀਤਾ ਤੇ ਆਹ ਲਓ ਤੁਹਾਡੇ ਗੁੱਟ ਤੇ ਇੱਕ ਧਾਗਾ ਹੀ ਬੰਨ੍ਹ ਦਈਏ, ਕਿਤੇ ਵੀ ਨਹੀਂ ਇਹ ਕੰਮ ਹੈਗਾ। ਤਾਂ ਸਾਨੂੰ ਤਾਂ ਵੇਖੋ, ਸਿੱਖਾਂ ਨੂੰ ਤਾਂ ਗੁਰੂ ਸਾਹਿਬ ਨੇ ਇੰਨਾ ਕਮਾਲ ਦਾ ਵਿਰਸਾ ਦਿੱਤਾ ਆ ਵੀ ਅਸੀਂ ਇੱਕ ਭੈਣ ਨੂੰ ਆਪਣੇ ਘਰ 'ਚ ਰੱਖੜੀ ਬੰਨ੍ਹ ਕੇ, ਭੈਣ ਕੋਲੋਂ ਰੱਖੜੀ ਬਣਵਾ ਕੇ ਤੇ ਇਸ ਤਿਉਹਾਰ ਨੂੰ ਮੰਨ ਲਓ ਮਨਾ ਲਿਆ। ਪਰ ਸਾਨੂੰ ਤਾਂ ਗੁਰੂ ਸਾਹਿਬ ਨੇ ਏਡਾ ਕਮਾਲ ਦਾ ਵਿਰਸਾ ਦਿੱਤਾ ਵੀ ਗੁਰੂ ਸਾਹਿਬ ਨੇ ਇੱਥੋਂ ਤੱਕ ਕਿਹਾ ਵੀ ਧਾਗਾ ਇੱਕ ਬਣਾ ਕੇ ਹੀ ਨਹੀਂ, ਤੁਸੀਂ ਤਾਂ ਜਿੱਦਾਂ ਘਰ ਮਾਂ ਨੂੰ, ਭੈਣ ਨੂੰ, ਧੀ ਨੂੰ ਪਿਆਰ ਨਾਲ ਵੇਖਦੇ ਹੋ, ਏਦਾਂ ਤੁਸੀਂ ਪੂਰੇ ਸਮਾਜ ਵਿੱਚ ਰਹਿੰਦੇ ਆ। ਹਰ ਇੱਕ ਪਾਸੇ, ਹਰ ਇੱਕ ਥਾਂ ਵਿਚਰਦੇ ਆ, ਹਰੇਕ ਧੀ ਭੈਣ ਮਾਂ ਨੂੰ ਆਪਣੀ ਮਾਂ ਭੈਣ ਧੀ ਹੀ ਜਾਣਨਾ ਆ। ਤਾਂ ਉੱਥੇ ਹੁਣ ਧਾਗਿਆਂ ਦੇ ਸਵਾਲ ਰਹਿ ਹੀ ਨਹੀਂ ਜਾਂਦੇ। ਔਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਸਾਡਿਆਂ ਵੱਡਿਆਂ ਪੁਰਖਿਆਂ ਨੇ ਇਸ ਗੱਲ ਨੂੰ ਬਾਖੂਬੀ ਨਿਭਾਇਆ ਕਿ ਉਹਨਾਂ ਨੇ ਜਿਨ੍ਹਾਂ ਧੀਆਂ ਭੈਣਾਂ ਮਾਵਾਂ ਨੂੰ ਵੇਖਿਆ ਵੀ ਨਹੀਂ ਸੀ ਕਦੀ, ਧਾਗਾ ਤਾਂ ਛੱਡੋ, ਰੱਖੜੀ ਤਾਂ ਛੱਡੋ, ਜਿਨ੍ਹਾਂ ਨੂੰ ਵੇਖਿਆ ਵੀ ਨਹੀਂ ਸੀ ਕਦੀ, ਉਹਨਾਂ ਨੂੰ ਆਪਣੀਆਂ ਮਾਵਾਂ ਭੈਣਾਂ ਧੀਆਂ ਨਾਲੋਂ ਵੀ ਵੱਧ ਸਤਿਕਾਰ ਦੇ ਕੇ ਜ਼ਾਲਮਾਂ ਦੇ ਪੰਜੇ ਚੋਂ ਜਾਨਾਂ ਦੀਆਂ ਬਾਜ਼ੀਆਂ ਲਾ ਕੇ ਛਡਵਾ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਅਹਿਦ ਰੱਖਿਆ। ਦੂਜੀ ਗੱਲ ਭਾਈ ਸਾਹਿਬ ਵੇਖੋ ਕਿ ਜੇ ਇੱਕ ਮਾਂ ਬਾਪ ਦੇ ਘਰ ਜਨਮ ਲੈ ਕੇ, ਇੱਕੇ ਮਾਂ ਦੀ ਕੁੱਖ ਤੋਂ ਜਨਮ ਲੈ ਕੇ, ਇੱਕੇ ਵਿਹੜੇ 'ਚ ਖੇਡ ਕੇ, ਇੱਕ ਛੱਤ ਥੱਲੇ ਪਲ ਕੇ, ਇੱਕ ਥਾਲੀ 'ਚ ਖਾ ਕੇ, ਜੇ ਮਤਲਬ ਇਹ ਭੈਣਾਂ ਭਰਾਵਾਂ ਦਾ ਪਿਆਰ ਨਹੀਂ ਹੈਗਾ, ਹੈ ਨਾ, ਇੱਕ ਕੁੱਖ ਤੋਂ ਜਨਮ ਲੈ ਕੇ, ਇੱਕ ਆਪਣਾ ਮਾਂ ਬਾਪ ਦੀ ਗੋਦ 'ਚ ਖੇਡ ਕੇ, ਇੱਕ ਵਿਹੜੇ 'ਚ ਖੇਡ ਕੇ, ਇੱਕ ਥਾਲੀ 'ਚ ਖਾ ਕੇ, ਇੱਕ ਛੱਤ ਥੱਲੇ ਰਹਿ ਕੇ, ਜੇ ਭੈਣ ਭਰਾਵਾਂ ਦਾ ਪਿਆਰ ਨਹੀਂ ਬਣਿਆ, ਧਾਗੇ ਨਾਲ ਨਹੀਂ ਬਣਨਾ। ਠੀਕ ਹੈ ਨਾ। ਦੂਜੀ ਗੱਲ, ਜੇ ਧਾਗੇ ਵਾਲਾ ਪਿਆਰ, ਜਿਹੜੀ ਪਿਆਰ ਦੀ ਗੱਲ, ਪਿਆਰ ਹਰ ਸਾਲ ਰੀਨਿਊ ਨਹੀਂ ਕਰਾਉਣਾ ਪੈਂਦਾ। ਇਹ ਡੇਟ ਐਕਸਪਾਇਰ ਹੋ ਗਈ ਆ ਤਾਂ ਹੁਣ ਦੁਬਾਰਾ ਨਵੇਂ ਸਿਰੋਂ ਫੇਰ ਜਿਹੜਾ ਵਾ ਵੀ ਉਹਨੂੰ ਰੀਨਿਊ ਕਰਾਇਆ ਜਾਏ। ਠੀਕ ਹੈ ਨਾ। ਦੂਜੀ ਗੱਲ ਹੋਰ ਵੇਖੋ, ਆਪਾਂ ਸ਼ੁਰੂ 'ਚ ਵੀ ਕੀਤੀ ਸੀ ਵੀ ਭੈਣ ਰੱਖੜੀ ਲੈ ਕੇ ਆ ਰਹੀ ਆ, ਭਰਾ ਨੇ ਕੁਛ ਦਿੱਤਾ ਨਹੀਂ ਜਾਂ ਭਰਜਾਈ ਨੇ ਥੋੜਾ ਬਹੁਤਾ ਮੂੰਹ ਵਟਿਆ, ਅਗਲੀ ਵਾਰੀ ਰੱਖੜੀ ਨਹੀਂ ਆਉਣੀ। ਜੇ ਭੈਣ ਰੱਖੜੀ ਤੇ ਨਹੀਂ ਆਈ ਤੇ ਭਰਾ ਜਿਹੜਾ ਵਾ ਉਹ ਇਸ ਗੱਲ ਨੂੰ ਮਹਿਸੂਸ ਕਰਦਾ ਵੀ ਲੈ ਆਈ ਤੇ ਹੈ ਨਹੀਂ, ਹੈ ਨਾ, ਵੀ ਇਹ 50 ਰੁਪਈਏ ਵੀ ਖਰਚ ਨਹੀਂ ਕਰ ਸਕਦੀ। ਹੋਰ ਗੱਲ ਵੇਖੋ, ਜੇ ਰੱਖੜੀ ਪਿਆਰ ਦਾ ਤਿਉਹਾਰ ਆ ਜਾਂ ਮਤਲਬ ਇੱਕ ਪ੍ਰਣ ਦਾ ਤਿਉਹਾਰ ਆ ਵੀ ਅਸੀਂ ਪ੍ਰਣ ਕਰਦੇ ਆ ਵੀ ਰਾਖੀ ਕਰਾਂਗੇ, ਇਸ ਤਿਉਹਾਰ ਤੇ ਜਿੰਨੇ ਵੱਡੇ ਅਹੁਦਿਆਂ ਤੇ ਬੈਠੇ ਆ ਨਾ, ਆਪੋ ਆਪਣੇ ਲੈਵਲ ਤੇ, ਕੱਲ ਨੂੰ ਮੁੱਖ ਮੰਤਰੀ ਨੇ ਵੀ ਰੱਖੜੀ ਬਣਾਉਣੀ ਆ, ਪ੍ਰਧਾਨ ਮੰਤਰੀ ਨੂੰ ਵੀ ਬੰਨੀ ਜਾਣੀ ਆ, ਰਾਸ਼ਟਰਪਤੀ ਨੂੰ ਵੀ ਬੰਨੀ ਜਾਣੀ ਆ, ਕੋਰਟਾਂ 'ਚ ਬੈਠੇ ਜੱਜ ਆ ਉਹਨਾਂ ਨੂੰ ਵੀ ਬੰਨੀ ਜਾਣੀ ਆ। ਮਤਲਬ ਜਿੰਨੇ ਵੀ ਅਹੁਦੇਦਾਰ ਆ, ਜਿੱਥੇ ਜਿੱਥੇ ਤੱਕ ਜਿਹਦੀ ਪਹੁੰਚ ਆ, ਉੱਥੇ ਕੁਝ ਧੀਆਂ ਲਿਜਾ ਕੇ ਤੇ ਉਹਨਾਂ ਕੋਲੋਂ, ਸਕੂਲਾਂ ਦੀਆਂ ਬੱਚੀਆਂ ਕੋਲੋਂ ਰੱਖੜੀਆਂ ਬਣਵਾ ਦਿੱਤੀਆਂ ਜਾਣਗੀਆਂ। ਪਰ ਇਹ ਹੁਣ ਹਰ ਸਾਲ ਹੀ ਇਹ ਕੰਮ ਹੁੰਦਾ ਆ। ਪਰ ਕੀ ਇਹਨਾਂ ਧੀਆਂ ਦੀ, ਇਹਨਾਂ ਭੈਣਾਂ ਦੀ, ਇਸ ਇਸਤਰੀ ਜਮਾਤ ਦੀ ਰਾਖੀ ਲਈ ਜਾਂ ਉਹਨਾਂ ਦੇ ਹੱਕ ਸੁਰੱਖਿਅਤ ਰੱਖਣ ਲਈ ਇਹਨਾਂ ਨੇ ਕਦੀ ਕੋਈ ਕੰਮ ਕੀਤਾ? ਰੱਖੜੀ ਤਾਂ ਵੱਧ ਜਾਂਦੀ ਆ। ਤਾਂ ਤੁਸੀਂ ਵੇਖੋ ਵੀ ਜਿੰਨਾ ਇੱਥੇ ਖਿਲਾਰਾ ਆ, ਜਿੰਨਾ ਇੱਥੇ ਹਾਲਾਤ ਮਾੜੇ ਆ, ਜਿੰਨਾ ਧੀਆਂ ਦੀ ਭੈਣਾਂ ਦੀ ਇੱਜ਼ਤ ਨੂੰ ਗਲੀ ਬਾਜ਼ਾਰ ਮੁਹੱਲਿਆਂ 'ਚ ਖਤਰਾ ਆ, ਜਾਂ ਬਹੁਤ ਸਾਰੀਆਂ ਸਰਕਾਰੀ ਥਾਵਾਂ ਦੇ ਉੱਤੇ ਜੋ ਹਾਲਾਤ ਨੇ, ਆਪਾਂ ਦੇਖ ਹੀ ਸਕਦੇ ਹਾਂ ਵੀ ਰੱਖੜੀ ਤਾਂ ਬਣਾ ਲਈ, ਪਰ ਜਦੋਂ ਰੱਖੜੀ ਤੋਂ ਬਾਅਦ ਉਹ ਹੀ ਧੀ ਭੈਣ ਉਸ ਸਰਕਾਰੀ ਕੁਰਸੀ ਦੇ ਸਾਹਮਣੇ ਕਿਸੇ ਕੰਮ ਲਈ ਜਾ ਖਲੋਂਦੀ ਹੈ ਤਾਂ ਉਹਦੀ ਕੋਈ ਸੁਣਦਾ ਹੀ ਨਹੀਂ। ਕੋਈ ਸੁਣਦਾ ਨਹੀਂ। ਸਹੀ ਗੱਲ, ਬਿਲਕੁਲ ਸਹੀ ਗੱਲ। ਫਿਰ ਉਹ ਉਦਣ ਬਣਾਈ ਰੱਖੜੀ ਦਾ ਮਤਲਬ ਕੀ ਰਹਿ ਗਿਆ? ਕੀ ਮਤਲਬ ਰਹਿ ਗਿਆ? ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ, ਇਹ ਕੋਈ ਅਰਥ ਏਦਾਂ ਨਹੀਂ ਰੱਖਦੀਆਂ। ਤਾਂ ਇਹਦੇ ਪਿੱਛੇ ਇੱਕ ਹੋਰ ਵੀ ਗੱਲ ਜਿਹੜੀ ਆ ਉਹ ਵੇਖੋ ਵੀ, ਇਹਦੇ ਪਿੱਛੇ ਇੱਕ ਵਪਾਰ ਤਕੜਾ ਕੰਮ ਕਰਦਾ ਜਿਹੜਾ ਅਸਲ 'ਚ ਸਾਨੂੰ ਖਿਲਾਉਣ ਨਹੀਂ ਦਿੰਦਾ, ਜਿੱਥੋਂ ਇਹ ਸਾਰੀਆਂ ਕਾਢਾਂ ਨਿਕਲਦੀਆਂ।
ਹੁਣ ਦੇਖੋ ਭੈਣ ਨੇ ਰੱਖੜੀ ਖਰੀਦਣੀ ਆ, ਹਾਂਜੀ 150 ਤੋਂ ਸ਼ੁਰੂ ਹੋ ਕੇ ਵੱਡੇ ਮੁੱਲ ਤੱਕ ਜਾਂਦੀਆਂ। ਹਾਂਜੀ ਹੁਣ ਜਿਹੜੀ ਰੱਖੜੀ ਖਰੀਦੀ ਗਈ ਆ, ਉਹ ਰੱਖੜੀ ਦੇ ਨਾਲ ਕੋਈ ਬਰਫੀ, ਲੱਡੂ, ਡੱਬਾ ਖਰੀਦਿਆ ਜਾਣਾ। ਬਿਲਕੁਲ ਖਰੀਦਿਆ ਜਾਣਾ। ਫਿਰ ਉਸ ਭੈਣ ਨੇ ਟਾਂਗਾ, ਰਕਸ਼ਾ, ਕੋਈ ਨਾ ਕੋਈ ਕਾਰ, ਗੱਡੀ, ਬੱਸ ਸਫ਼ਰ ਕਰਨਾ, ਹਾਂਜੀ ਇੱਕ ਥਾਂ ਤੋਂ ਦੂਜੀ ਥਾਂ ਜਾਣਾ। ਹੁਣ ਜਿਹੜੀ ਗੱਡੀ ਬੱਸ ਚੱਲੂਗੀ ਉਹਦੇ 'ਚ ਤੇਲ ਵੀ ਪੈਣਾ। ਫਿਰ ਜਦੋਂ ਭਰਾ ਦੇ ਘਰ ਜਾਣਾ ਵਾ ਤੇ ਭਰਾ ਨੇ ਉਸ ਰੱਖੜੀ ਦੇ ਬਦਲੇ ਫਰਿੱਜ, ਟੀਵੀ, ਕੁਝ ਨਾ ਕੁਝ ਭੈਣ ਨੂੰ ਲੈ ਕੇ ਦੇਣਾ, ਸੂਟ ਖਰੀਦ ਕੇ ਦੇਣਾ, ਕੋਈ ਗਹਿਣਾ ਖਰੀਦ ਕੇ ਦੇਣਾ। ਤੇ ਇਹਦੇ ਪਿੱਛੇ ਇੱਕ ਵੱਡਾ ਕਰੋੜਾਂ ਦਾ ਬਿਜ਼ਨਸ ਖੜਾ ਆ। ਬਿਜ਼ਨਸ ਖੜਾ, ਬਿਲਕੁਲ ਠੀਕ ਹੈ। ਉਹ ਜਿਹੜਾ ਕਰੋੜਾਂ ਦਾ ਬਿਜ਼ਨਸ ਖੜਾ ਆ ਨਾ, ਉਹ ਅਸਲ ਦੇ ਵਿੱਚ ਸਾਡੇ ਆਮ ਲੋਕਾਂ ਨੂੰ ਖਲੋਣ ਨਹੀਂ ਦਿੰਦਾ। ਉਹ ਫਿਰ ਇਦਾਂ ਦੇ ਸ਼ੋਸ਼ੇ ਵੀ ਲੈ ਇਹਦੇ ਨਾਲ ਕੀ ਹੋ ਚੱਲਿਆ। ਜਦੋਂ ਤੁਸੀਂ ਦੁਕਾਨਾਂ ਤੇ ਵੀ ਜਾ ਕੇ ਵੇਖੋ ਤਾਂ ਉੱਥੇ ਵੀ ਇਹੋ ਹਾਲਾਤ ਆ ਵੀ ਫਿਰ ਕੀ ਹੋ ਗਿਆ, ਇੱਕ ਸੂਟ ਹੀ ਆ, ਸੂਟ ਨਾਲ ਕੀ ਫਰਕ ਪੈ ਚੱਲਿਆ। ਹਾਂਜੀ, ਕੀ ਸੂਟ ਅੱਗੇ ਪਿੱਛੇ ਨਹੀਂ ਲੈ ਕੇ ਦਿੱਤਾ ਜਾ ਸਕਦਾ? ਫਿਰ ਉਹ ਇਸੇ ਤਿਉਹਾਰ ਤੇ ਕਿਉਂ ਸੂਟ ਦਾ ਰੌਲਾ, ਜਾਂ ਫਰਿੱਜ, ਟੀਵੀ ਜਾਂ ਹੋਰ ਜਿਹੜਾ ਸਾਜੋ ਸਮਾਨ ਆ ਨਾ, ਵੀ ਉਹ ਅੱਗੋਂ ਪਿੱਛੋਂ ਵੀ ਤੇ ਲਿਆ ਜਾ ਸਕਦਾ। ਠੀਕ ਹੈ, ਅੱਗੋਂ ਪਿੱਛੋਂ ਵੀ ਤੇ ਦਿੱਤਾ ਜਾ ਸਕਦਾ। ਕੀ ਅੱਗੋਂ ਪਿੱਛੋਂ ਭੈਣ ਭਰਾ ਵਰਤਦੇ ਨਹੀਂ ਕਿਤੇ? ਤਾਂ ਇਦਾਂ ਦੀ ਕੋਈ ਗੱਲ ਨਹੀਂ। ਹੁਣ ਦੇਖੋ ਤੁਹਾਡੇ ਆਪਣੇ ਪਰਿਵਾਰ 'ਚ ਆ, ਮੇਰੇ ਪਰਿਵਾਰ 'ਚ ਆ, ਜਾਂ ਇਦਾਂ ਦੇ ਆਪਣੇ ਹੋਰ ਬਹੁਤ ਸਾਰੇ ਪ੍ਰਚਾਰਕ ਵੀਰ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ। ਬਿਲਕੁਲ ਠੀਕ ਹੈ। ਵੀ ਇਹਨਾਂ ਪਰਿਵਾਰਾਂ ਦੇ ਵਿੱਚ ਕੋਈ ਵੀ ਰੱਖੜੀ ਨਾ ਬੰਨ੍ਹਦਾ ਨਾ ਬਣਾਉਂਦਾ। ਠੀਕ ਹੈ। ਤੇ ਕੀ ਉਹਨਾਂ ਪਰਿਵਾਰਾਂ ਦੇ ਵਿੱਚ ਭੈਣਾਂ, ਧੀਆਂ ਜਿਹੜੀਆਂ ਵਾ, ਉਹਨਾਂ ਦਾ ਕਿਤੇ ਕੋਈ ਮਾਣ ਸਤਿਕਾਰ ਨਹੀਂ ਗਾ, ਜਾਂ ਉਹ ਆਉਂਦੀਆਂ ਜਾਂਦੀਆਂ ਨਹੀਂ ਗੀਆਂ, ਜਾਂ ਸਗੋਂ ਦੂਜਿਆਂ ਨਾਲੋਂ ਵੱਧ ਹੋ ਸਕਦਾ। ਤਾਂ ਇਹੋ ਜਿਹੀਆਂ ਜਿਹੜੀਆਂ ਫੋਕੀਆਂ ਰਸਮਾਂ, ਰੀਤਾਂ ਵਾ, ਸਾਨੂੰ ਇਹ ਛੱਡਣੀਆਂ ਚਾਹੀਦੀਆਂ ਵਾ। ਇਹਨਾਂ ਦੇ ਵਿੱਚ ਕੱਖ ਨਹੀਂ ਰੱਖਿਆ। ਸਾਨੂੰ ਸਗੋਂ ਇਹ ਚਾਹੀਦਾ, ਜੇ ਖੁਸ਼ੀਆਂ ਹੀ ਲੈਣੀਆਂ ਤਾਂ ਅਸੀਂ ਕਿਸੇ ਲੋੜਵੰਦ, ਕਿਸੇ ਬਿਮਾਰ, ਕਿਸੇ ਦੂਜੇ ਤੀਜੇ ਆਲੇ ਦੁਆਲੇ ਪਰਿਵਾਰਾਂ ਦੇ ਵਿੱਚ ਵੇਖੀਏ ਜਿਹੜੀਆਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ, ਜਾਂ ਉਹਨਾਂ ਨਾਲ ਖਲੋਣ ਦਾ ਮਸਲਾ ਵਾ। ਜਿੱਥੇ ਕਿਤੇ ਇਦਾਂ ਦੀ ਕੋਈ ਖਰਾਬੀ ਹੈ ਪਰਿਵਾਰਾਂ 'ਚ, ਉਹਨੂੰ ਵੇਖੀਏ, ਉਹਨਾਂ ਨੂੰ ਹੱਲ ਕਰਨ ਵਾਲੇ ਪਾਸੇ ਖਲੋਇਆ ਕਰੀਏ, ਇਹਦੇ 'ਚੋਂ ਖੁਸ਼ੀਆਂ ਲੱਭਿਆ ਕਰੀਏ। ਹਾਂਜੀ, ਖੁਸ਼ੀਆਂ ਇਹਨਾਂ ਚੀਜ਼ਾਂ ਤੋਂ ਵੀ ਲੱਭੀਆਂ ਜਾ ਸਕਦੀਆਂ। ਅਸਲ ਦੇ ਵਿੱਚ ਨਾ ਭਾਈ ਸਾਹਿਬ ਗੱਲ ਇੱਦਾਂ ਵਾ ਵੀ ਇਹ ਜਿਹੜੇ ਰੱਖੜੀ ਦਾ ਦਾਅਵਾ ਕਰਦੇ ਆ, ਵੇਖੋ ਧਾਗਾ ਬੰਨ੍ਹਣ ਨਾਲ ਸਾਡਾ ਭੈਣ ਭਰਾਵਾਂ ਦਾ ਪਿਆਰ ਜਿਹੜਾ ਵਾ ਉਹ ਹੋਰ ਮਜ਼ਬੂਤ ਹੁੰਦਾ ਵਾ। ਪਰ ਇੱਕ ਸਮਾਂ ਆਉਂਦਾ ਜਦੋਂ ਕਿਤੇ ਭੈਣਾਂ ਆਪਣਾ ਹੱਕ ਮੰਗਣ, ਤੇ ਬਹੁਤ ਥਾਵਾਂ 'ਤੇ ਭਰਾਵਾਂ ਨੇ ਭੈਣਾਂ ਦਾ, ਜੀਜਿਆਂ ਦਾ, ਅੱਗੇ ਜੀਜਿਆਂ ਦਾ ਕੀ, ਉਹਨਾਂ ਬੱਚਿਆਂ ਦਾ ਵੀ ਕਤਲ ਕੀਤਾ। ਸਮਾਜ ਵਿੱਚ ਆਪਾਂ ਕਈ ਖਬਰਾਂ ਜਿਹੜੀਆਂ ਇੱਦਾਂ ਦੀਆਂ ਆਪਣੇ ਸਾਹਮਣੇ ਆਪਾਂ ਜਿਹੜੀਆਂ ਵੇਖੀਆਂ ਵਾ, ਜਿੱਥੇ ਸਾਲਾਂ ਬੱਧੀ ਉਹਨਾਂ ਨੇ ਰੱਖੜੀਆਂ ਵੀ ਬਣਾਈਆਂ, ਪਰ ਜਿੱਥੇ ਭੈਣ ਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਸੀ, ਜਾਂ ਕਿਤੇ ਜ਼ਮੀਨ ਦੀ ਵੰਡ ਦੀ ਗੱਲ ਹੀ ਆਈ, ਅਦਾਲਤ ਨੇ ਫੈਸਲਾ ਸੁਣਾਤਾ ਵੀ ਆਹ 1 ਏਕੜ ਜ਼ਮੀਨ, 2 ਏਕੜ ਜ਼ਮੀਨ ਜਿਹੜੀ ਆ ਉਹ ਭੈਣ ਨੂੰ ਦਿੱਤੀ ਜਾਵੇ, ਤੇ ਉੱਥੇ ਭਰਾ ਬਰਦਾਸ਼ਤ ਨਹੀਂ ਕਰ ਸਕਿਆ, ਜਾਂ ਬਹਿ ਕੇ ਕੰਪਰੋਮਾਈਜ਼ ਵੀ ਕੀਤਾ ਜਾ ਸਕਦਾ ਸੀ, ਵਿਚਾਰ ਵੀ ਕੀਤੀ ਜਾ ਸਕਦੀ ਸੀ, ਪਰ ਕਤਲ ਕਰਨ ਤੱਕ ਦੀਆਂ ਵੀ ਨੌਬਤਾਂ ਸਾਡੇ ਸਮਾਜ ਵਿੱਚ ਆਈਆਂ ਨੇ। ਤੋ ਇਹ ਗੱਲ ਜ਼ਰੂਰ ਵੇਖਣ ਵਾਲੀ ਹੈ ਸਾਧ ਸੰਗਤ, ਕਿਉਂਕਿ ਇਸ ਵਿਸ਼ੇ ਦੇ ਬਾਰੇ ਅਸੀਂ ਇਹ ਜਿਹੜੀ ਰੱਖੜੀ ਬਾਰੇ ਤੁਹਾਡੇ ਨਾਲ ਤਾਂ ਵਿਚਾਰਾਂ ਦੀ ਸਾਂਝ ਅਸੀਂ ਜਿਹੜੀ ਆ ਸਰੋਤਿਆਂ ਨਾਲ ਕਰ ਰਹੇ ਹਾਂ, ਕਿਉਂਕਿ ਕਿਤੇ ਨਾ ਕਿਤੇ ਇਹਦਾ ਅਸਰ ਜਿਹੜਾ ਸਮਾਜ ਵਿੱਚ ਹੁੰਦਾ। ਮੈਨੂੰ ਅੱਜ ਵੀ ਯਾਦ ਹੈ ਜਦੋਂ 2018 ਵਿੱਚ ਮੈਂ ਅਮਰੀਕਾ ਗਿਆ ਸੀ, ਤੇ ਕੈਲੀਫੋਰਨੀਆ ਇੱਕ ਪਰਿਵਾਰ 'ਚ ਇੱਦਾਂ ਹੀ ਸੀ ਬੈਠੇ, ਗੱਲਾਂ ਚੱਲ ਰਹੀਆਂ ਸੀ, ਤੇ ਇੱਕ ਭੈਣ ਨੇ ਸਵਾਲ ਕੀਤਾ ਵੀ ਵੀਰ ਜੀ ਇਹਦਾ ਨੁਕਸਾਨ ਕੀ ਆ? ਤੇ ਉੱਥੇ ਮੈਂ ਗੱਲ ਕਹੀ ਸੀ ਵੀ ਇਹਦਾ ਨੁਕਸਾਨ ਸਭ ਤੋਂ ਵੱਡਾ ਇਹ ਆ ਵੀ ਜਦੋਂ ਇੱਕ ਪਰਿਵਾਰ ਆਪਣੇ ਘਰ ਵਿੱਚ ਇਹ ਰੱਖੜੀ ਦਾ ਦਿਨ ਮਨਾਉਂਦਾ ਵਾ, ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਕਰਾਉਂਦੇ ਹਾਂ ਵੀ ਤੁਹਾਡੇ ਘਰ ਵੀ ਪੁੱਤ ਹੁੰਦਾ, ਤੇ ਤੁਸੀਂ ਵੀ ਇੱਦਾਂ ਰੱਖੜੀ ਬਣਾਉਂਦੇ। ਉਦਣ ਉਹਨਾਂ ਨੂੰ ਇਹ ਦਿਨ ਜਿਹੜਾ ਜਦੋਂ ਆਉਂਦਾ, ਉਦਣ ਉਹਨਾਂ ਨੂੰ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਵੀ ਸਾਡੇ ਘਰ ਵੀ ਪੁੱਤਰ ਹੁੰਦਾ। ਤੋ ਇਹ ਗੱਲ ਬਹੁਤ ਜ਼ਰੂਰੀ ਸਮਝਣ ਵਾਲੀ ਗੱਲ ਹੈ ਕਿ ਅਸੀਂ ਉਹ ਦੇਖੋ ਭਾਈ ਸਾਹਿਬ, ਗੱਲ ਕਮਾਲ ਦੀ ਆ ਵੀ ਭੈਣ ਭਰਾ ਦਾ ਪਿਆਰ ਦਾ ਤਿਉਹਾਰ ਆ। ਜੇ ਤੇ ਇੱਥੋਂ ਤੱਕ ਰਹਿ ਜਾਂਦਾ ਨਾ, ਫਿਰ ਗੱਲ ਚਲੋ ਫਿਰ ਕਿਸੇ ਹੱਦ ਤੱਕ ਬੰਦਾ ਤਰਕ ਦੇ ਸਕਦਾ ਹੈ ਵੀ ਭੈਣ ਭਰਾ ਦੇ ਪਿਆਰ ਦਾ ਚੱਲ ਰਹਿਣ ਦਿਓ। ਬਿਲਕੁਲ ਸਹੀ ਗੱਲ ਆ। ਇਹ ਹੁਣ ਕੱਲ ਨੂੰ ਆ ਮੇਰਾ ਖਿਆਲ ਤਿਉਹਾਰ। ਹਾਂਜੀ, ਤੇ ਤੁਸੀਂ ਵੇਖਿਓ ਵੀ ਇਹ ਜਿਹੜੀ ਰੱਖੜੀ ਆ ਨਾ, ਇੰਨੀ ਖੱਜਲ ਕੀਤੀ ਆ। ਹਾਂਜੀ, ਸਾਈਕਲ ਦੇ ਹੈਂਡਲ ਨੂੰ ਵੀ। ਹਾਂ, ਬਿਲਕੁਲ ਸਹੀ ਗੱਲ ਆ। ਬਲਦ ਦੇ ਸਿੰਘ ਨੂੰ ਵੀ। ਠੀਕ ਆ। ਕੁੱਤੇ ਦੇ ਗਲ ਵੀ। ਚੰਗਾ, ਮੈਂ ਨਾ ਕੁੱਤਾ ਫਿਰ ਵਫਾਦਾਰ ਆ, ਉਹਦੇ ਵਧੀਆ ਜਗ੍ਹਾ ਵਧੀ ਇੱਦਾਂ। ਤੇ ਜਿੱਥੇ ਜਿੱਥੇ ਵੀ ਵੇਖੋ, ਮਤਲਬ ਆਲੇ ਦੁਆਲੇ ਰੁੱਖਾਂ ਨਾਲ, ਹੈਨਾ, ਤੇ ਜਿੱਥੇ ਵੀ ਜੀ ਕੀਤਾ ਨਾ ਉੱਥੇ ਹੀ ਵੇਖੋ ਰੱਖੜੀਆਂ ਬੰਨ੍ਹ ਦਿੱਤੀਆਂ। ਤਾਂ ਅਸੀਂ ਥੋੜਾ ਜਿਹਾ ਜੇ ਗੁਰਮਤ ਵਾਲੇ ਪਾਸੇ ਵੀ ਵੇਖੀਏ ਤਾਂ ਗੁਰੂ ਨੇ ਕਿੰਨੇ ਪਿਆਰ ਨਾਲ ਇਹ ਗੱਲਾਂ ਕਹੀਆਂ ਵੀ ਰਾਖਾ ਏਕ ਹਮਾਰਾ ਸੁਆਮੀ। ਹਾਂਜੀ,
ਸਗਲ ਘਟਾਂ ਕਾ ਅੰਤਰਜਾਮੀ। ਹੂੰ। ਜਾਂ ਬਾਣੀ ਇਦਾਂ ਪਿਆਰ ਨਾਲ ਸਮਝਾਉਂਦੀ ਆ ਵੀ ਤੂੰ ਰੱਬ ਦਾ ਹੋ ਕੇ ਬਣ ਕੇ ਰਹਿ, ਬਿਲਕੁਲ ਠੀਕ ਆ। ਗੁਰੂ ਦੀ ਗੱਲ ਸੁਣ, ਹੂੰ। ਗੁਰੂ ਦੇ ਆਖੇ ਲੱਗ ਕੇ ਸੋਹਣਾ ਜੀਵਨ ਜੀ, ਜੀ। ਹੈ ਨਾ। ਗੁਰੂ ਦੇ ਦਰਸਾਏ ਗੁਣ ਜਿਹੜੇ ਆ ਜਦੋਂ ਧਾਰਨ ਕਰੇਗਾ, ਇਹ ਤੇਰੀ ਰੱਖਿਆ ਕਰਨਗੇ, ਰੱਖਿਆ ਕਰਨਗੇ। ਬਿਲਕੁਲ ਠੀਕ। ਤੇਰੇ ਜੀਵਨ ਨੂੰ ਸੋਹਣਾ ਬਣਾ ਕੇ ਰੱਖਣਗੇ, ਤੈਨੂੰ ਮੁਸ਼ਕਲਾਂ ਚੋਂ ਕੱਢ ਲੈਣਗੇ। ਹੂੰ। ਪਰ ਕਮਾਲ ਦੀ ਗੱਲ ਆ ਵੀ ਅਸੀਂ ਗੁਰੂ ਦੀ ਗੱਲ ਨਹੀਂ ਸੁਣੀ, ਹਾਂਜੀ, ਹੈ ਨਾ। ਗੁਰੂ ਦੀ ਗੱਲ ਨਹੀਂ ਸੁਣੀ, ਗੁਰੂ ਦੀ ਗੱਲ ਨਹੀਂ ਮੰਨੀ, ਉਸ ਪਾਸੇ ਤਵੱਜੋ ਨਹੀਂ ਦਿੱਤੀ। ਹੂੰ। ਉਲਟਾ ਕੀ ਕੀਤਾ ਵੀ ਅਸੀਂ ਗੁਰਦੁਆਰੇ ਵੀ ਜਾ ਕੇ ਰੱਖੜੀ ਬੰਨ੍ਹ ਆਏ। ਬਿਲਕੁਲ ਠੀਕ ਆ। ਹੂੰ। ਵੀ ਮਹਾਰਾਜ ਗੱਲ ਗੁਲ ਨਹੀਂ ਅਸੀਂ ਮੰਨਣੀ ਤੇ ਆਹ ਰੱਖੜੀ ਬਣਾ ਲਓ, ਹੂੰ, ਤੇ ਤੁਸੀਂ ਸਾਡੀ ਰੱਖਿਆ ਕਰਨੀ। ਠੀਕ ਗੱਲ। ਗੁਰੂ ਤਾਂ ਹਰ ਵੇਲੇ ਰੱਖਿਆ ਕਰਨ ਦੀ ਗੱਲ ਕਰਦਾ। ਗੁਰੂ ਤਾਂ ਹਰ ਵੇਲੇ ਅੰਗ ਸੰਗ ਆ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਹਾਂਜੀ। ਤਾਂ ਗੁਰੂ ਤਾਂ ਕਦੀ ਵੀ ਸਾਡੇ ਨਾਲੋਂ ਪਛਾਣ ਨਹੀਂ ਹਟਦਾ, ਜਾਂ ਗੁਰੂ ਸਾਨੂੰ ਛੱਡਦਾ ਨਹੀਂ ਆ। ਮਸਲਾ ਇਹ ਆ ਕਿ ਅਸੀਂ ਗੁਰੂ ਦੀ ਸੁਣੀ ਨਹੀਂ। ਠੀਕ ਹੈ ਨਾ। ਗੁਰੂ ਵਾਲੇ ਪਾਸੇ ਅਸੀਂ ਧਿਆਨ ਦਿੱਤਾ ਹੀ ਨਹੀਂ, ਗੁਰੂ ਦੀ ਗੱਲ ਪੜ੍ਹੀ ਨਹੀਂ। ਇਸ ਕਰਕੇ ਭਾਈ ਇਹ ਜਿਹੜੀਆਂ ਫੋਕੀਆਂ ਰੀਤਾਂ ਰਸਮਾਂ ਆ, ਜਿਨ੍ਹਾਂ ਨੂੰ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਵੀ ਬਹੁਤਾ ਮਾਨਤਾ ਜ਼ਿਆਦਾ ਦੇ ਲਈ ਆ, ਜਿਨ੍ਹਾਂ ਦਾ ਬਹੁਤਾ ਫਿਕਰ ਅਸੀਂ ਕਰਦੇ ਹਾਂ, ਵੀ ਚੰਗਾ ਹੁੰਦਾ ਜੇ ਅਸੀਂ ਗੁਰੂ ਵਾਲੇ ਸਿਧਾਂਤਾਂ ਦਾ, ਗੁਰੂ ਵਾਲੀਆਂ ਦਿੱਤੀਆਂ ਕਦਰਾਂ ਕੀਮਤਾਂ ਦਾ ਵੱਧ ਫਿਕਰ ਕਰਦੇ, ਉਹਨਾਂ ਤੇ ਚਿੰਤਾ ਕਰਦੇ, ਉਹ ਸਮਾਜ ਵਿੱਚ ਲੈ ਕੇ ਆਉਂਦੇ, ਤਾਂ ਗੱਲ ਕਿਸੇ ਹੋਰ ਪਾਸੇ ਤੁਰਦੀ। ਪਰ ਜਿਹੜੇ ਸਮਾਜ ਦੇ ਰੂੜੀਵਾਦੀ ਕਹਿ ਲਓ ਕਿ ਪਛਾਂ ਖਿੱਚੂ ਸੋਚ ਵਾਲੇ ਆ, ਉਹਨਾਂ ਦਾ ਹਾਲ ਇਹ ਆ ਵੀ ਉਹਨਾਂ ਨੇ ਕਹੀ ਜਾਣਾ ਵੀ ਇਹਦੇ ਨਾਲ ਕੀ ਹੋ ਚੱਲਿਆ। ਹੁੰਦਾ ਤਾਂ ਕਿਸੇ ਚੀਜ਼ ਨਾਲ ਵੀ ਕੱਖ ਨਹੀਂ ਗਾ। ਹਾਂਜੀ। ਕੋਈ ਮੜੀ ਕਬਰ ਨੂੰ ਜਾਂ ਕਿਸੇ ਰੁੱਖ ਨੂੰ ਕੋਈ ਮੱਥਾ ਟੇਕ ਲੈਂਦਾ, ਉਹਦੇ ਨਾਲ ਕੀ ਉਹਨੂੰ ਹੋ ਜਾਂਦਾ? ਕਿਸੇ ਦਾ ਨੁਕਸਾਨ ਥੋੜੀ ਹੁੰਦਾ। ਬਿਲਕੁਲ ਠੀਕ ਆ। ਜਦੋਂ ਹੋਣ ਦਾ ਮਸਲਾ ਆ ਜਾਂਦਾ ਤਾਂ ਕਿਸੇ ਗੱਲ ਨਾਲ ਵੀ ਕੋਈ ਨੁਕਸਾਨ ਨਹੀਂ ਗਾ। ਹਾਂਜੀ। ਗੱਲ ਤਾਂ ਅਸੂਲਾਂ ਦੀ ਆ ਕਿ ਜਿਹੜੇ ਅਸੂਲ ਗੁਰੂ ਸਾਹਿਬ ਨੇ ਦਿੱਤੇ ਆ, ਜਿਹੜੇ ਇੰਨੇ ਨਿਰਖ ਕੇ ਪਰਖ ਕੇ ਬੜੀ ਲੰਬੀ ਸੋਚ ਕੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਆ, ਉਹ ਸਾਨੂੰ ਅਪਣਾਉਣੇ ਚਾਹੀਦੇ ਆ। ਜਿਹੜੀਆਂ ਗੱਲਾਂ ਰੱਦ ਕੀਤੀਆਂ ਵਾ, ਜਿਹੜੀਆਂ ਸਾਡੇ ਤੋਂ ਦੂਰ ਕੀਤੀਆਂ, ਉਹਨਾਂ ਚੀਜ਼ਾਂ ਨੂੰ ਸਾਨੂੰ ਦੂਰ ਕਰ ਦੇਣਾ ਚਾਹੀਦਾ, ਕੱਢ ਦੇਣਾ ਚਾਹੀਦਾ। ਨਾਲੇ ਭਾਈ ਸਾਹਿਬ ਮੈਂ ਇੱਕ ਹੋਰ ਚੀਜ਼ ਮਹਿਸੂਸ ਕਰਦਾ ਵੀ ਕਿਤੇ ਨਾ ਕਿਤੇ ਜਿਹੜੇ ਤਿਉਹਾਰ ਆ ਨਾ, ਇਹ ਲੜਕੀ ਵਾਸਤੇ ਖਾਸ ਕਰਕੇ ਔਰਤ ਵਾਸਤੇ ਵੀ ਪਹਿਲਾਂ ਉਹਨੂੰ ਆਸਰਾ ਬਚਪਨ ਤੇ ਪਿਤਾ ਦਾ ਲਾ ਲਓ, ਫਿਰ ਵੱਡੀ ਹੋਈ ਭਰਾਵਾਂ ਦਾ ਆਸਰਾ, ਭਰਾ ਨਾਲ ਸਕੂਲ ਜਾਈ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਵਿਆਹੀ ਗਈ, ਉਹ ਪਤੀ ਉਹਦੀ ਰਾਖੀ ਕਰੂਗਾ, ਫਿਰ ਵਿਆਹੀ ਗਈ, ਉਸ ਤੋਂ ਬਾਅਦ ਫਿਰ ਵੀ ਰੱਖੜੀ। ਮਤਲਬ ਕਮਾਲ ਦੀ ਗੱਲ ਵੇਖੋ ਵੀ ਜਿਨ੍ਹਾਂ ਦੇ ਘਰ 2-2 3-3 ਧੀਆਂ ਵਾ, ਸਗੋਂ ਧੀਆਂ ਤਾਂ ਅੱਜ ਕੱਲ੍ਹ ਤਾਂ ਬੱਚੀਆਂ ਜਿਹੜੀਆਂ ਵਾ ਪੜ੍ਹਾਈ ਦੇ ਪੱਖੋਂ ਜਿਹੜੀਆਂ ਬੇਟਿਆਂ ਨਾਲੋਂ ਵੀ ਵੱਧ ਵਾ। ਕਈਆਂ ਘਰਾਂ 'ਚ ਬੱਚੀਆਂ ਜਿਹੜੀਆਂ ਵਾ ਉਹ ਬੱਚਿਆਂ ਨਾਲੋਂ ਵੀ ਵੱਧ ਮਾਣ ਲੈ ਰਹੀਆਂ ਵਾ, ਕਿਉਂਕਿ ਪੜ੍ਹਾਈ ਪੱਖੋਂ, ਖੇਡਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਕਿੰਨੀਆਂ ਬੱਚੀਆਂ, ਆਪਾਂ ਜੇ ਹਰ ਸਾਲ ਜਦੋਂ ਆਪਾਂ ਰਿਜ਼ਲਟ ਆਉਂਦਾ, ਨਤੀਜਿਆਂ ਦੀ ਗੱਲ ਆਪਾਂ ਕਰਦੇ ਹਾਂ, ਬੇਟਿਆਂ ਨੂੰ ਸਗੋਂ ਕਹਿਣਾ ਪੈਂਦਾ ਵੀ ਤੁਸੀਂ ਪੜ੍ਹੋ, ਤੇ ਬੱਚੀਆਂ ਜਿਹੜੀਆਂ ਖੁਦ ਆਪਣੇ ਆਪ ਪੜ੍ਹਦੀਆਂ ਵਾ। ਤੁਸੀਂ ਤੁਸੀਂ ਜਿੰਨੇ ਵੀ ਗ੍ਰਸਤੀ ਪਰਿਵਾਰਾਂ ਵਾਲੇ ਆਪਣੇ ਘਰਾਂ 'ਚ ਸਰੋਤੇ ਸੁਣ ਰਹੇ ਜੇ, ਤੁਸੀਂ ਕਰਕੇ ਵੇਖੋ ਵੀ ਮੈਂ ਨਹੀਂ ਆਂਦਾ ਵੀ ਬੱਚੇ ਸਾਡੇ ਪੁੱਤ ਮਾੜੇ ਨੇ, ਪੁੱਤ ਵੀ ਠੀਕ ਨੇ, ਪਰ ਗੱਲ ਇਹ ਵੀ ਜੇ ਐਵਰੇਜ ਕੱਢੀਏ ਤਾਂ ਲੜਕੀਆਂ ਆਪਣੇ ਆਪ ਪੜ੍ਹਦੀਆਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਐਜੂਕੇਸ਼ਨ ਆ ਇੱਕ ਬਹੁਤ ਵੱਡੀ ਚੀਜ਼ ਆ। ਜਦੋਂ ਕੱਲ੍ਹ ਨੂੰ ਅਸੀਂ ਵਿਆਹੀਆਂ ਜਾਣਾ, ਜੇ ਸਾਡੇ ਕੋਲ ਐਜੂਕੇਸ਼ਨ ਹੋਏਗੀ, ਸਾਡੇ ਕੋਲ ਪੜ੍ਹਾਈ ਹੋਏਗੀ, ਸਾਡਾ ਇੱਜ਼ਤ ਮਾਣ ਹੋਏਗਾ, ਅਸੀਂ ਕੱਲ੍ਹ ਨੂੰ ਕੋਈ ਨਾ ਕੋਈ ਸਾਡੇ ਕੋਲ ਹੁਨਰ ਹੋਏਗਾ, ਤੇ ਕਿਤੇ ਨਾ ਕਿਤੇ ਬੱਚਿਆਂ ਦੇ, ਲੜਕਿਆਂ ਦੇ ਦਿਮਾਗ 'ਚ ਭਾਵੇਂ ਅਸੀਂ ਇਹ ਲਫ਼ਜ਼ ਪਾ ਕੇ ਵੀ ਪੁੱਤ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਗੱਲਾਂ ਅਸੀਂ ਕੰਨਾਂ 'ਚ ਘੋਲ ਕੇ ਪਾਈਆਂ। ਤੋ ਖੈਰ ਆ ਥੋੜ੍ਹੇ ਦਿਨ ਪਹਿਲਾਂ ਜਦੋਂ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ ਸੀ, ਉਹਦੇ ਵੀ ਇੱਕ ਆਪਾਂ ਵਿਚਾਰ ਜਿਹੜੀ ਸਾਂਝੀ ਕੀਤੀ ਸੀ ਕਿ ਭਾਈ ਤਾਰੂ ਸਿੰਘ ਨੇ ਜਿਹੜਾ ਇੱਕ ਮਾਸ਼ੀ ਸੀ ਜਿਹਦੀ ਧੀ ਨੂੰ ਜਿਹੜਾ ਸੂਬੇਦਾਰ ਚੱਕ ਕੇ ਲੈ ਗਿਆ ਸੀ, ਤੇ ਹੁਣ ਤੁਸੀਂ ਵੇਖੋ ਕਿੱਡੀ ਕਮਾਲ ਦੀ ਗੱਲ ਹੈ ਵੀ ਉਹ ਜਿਨ੍ਹਾਂ ਸਿੱਖਾਂ ਨੇ ਉਹ ਧੀ ਵਾਪਸ ਲੈ ਕੇ ਆਂਦੀ, ਵੀ ਉਹਨਾਂ ਕੋਲੋਂ ਧਾਗੇ ਕਰਕੇ ਨਹੀਂ ਸੀ ਉਹਨਾਂ ਦੀ ਧੀ ਦੀ ਇੱਜ਼ਤ ਬਚਾਈ। ਯਾਨੀ ਕਿ ਗੁਰੂ ਸਾਹਿਬ ਵੱਲੋਂ ਸਾਨੂੰ ਹਦਾਇਤ ਹੀ ਇਹ ਸੀ, ਜਿਹੜੀ ਗੱਲ ਆਪਾਂ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਵਿੱਚੋਂ ਪੜ੍ਹਦੀਆਂ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਤੋ ਖੈਰ ਜਿਹੜੀ ਇਹ ਗੱਲ ਆ ਵੀ ਸਾਨੂੰ ਕਿਤੇ ਨਾ ਕਿਤੇ ਭਾਈ ਸੁਖਵਿੰਦਰ ਸਿੰਘ ਜੀ ਮੈਂ ਮਹਿਸੂਸ ਕਰਦਾ ਵੀ ਇਹ ਗੁਰਬਾਣੀ ਦੀ ਵਿਚਾਰ ਨਾ ਹੋਣ ਕਰਕੇ, ਇਹ ਸ਼ਖਸੀ ਪੂਜਾ ਹੋਣ ਕਰਕੇ ਇਹਨਾਂ ਤਿਉਹਾਰਾਂ ਦਾ ਅਸੀਂ ਨਖੇੜਾ ਨਹੀਂ ਕਰ ਪਾਏ ਵੀ ਕਿਹੜੇ ਸਾਡੇ ਆਪਣੇ ਦਿਨ ਨੇ। ਕਿਤੇ ਨਾ ਕਿਤੇ ਵਿਰਸੇ ਨੂੰ ਗੰਧਲਾ ਕੀਤਾ ਜਾ ਰਿਹਾ, ਜਿਹੜਾ ਅੱਜ ਵਿਰਸਾ ਕਲਾਕਾਰਾਂ ਵੱਲੋਂ ਵੀ ਪਰੋਸ ਕੇ ਦਿੱਤਾ ਜਾ ਰਿਹਾ। ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਤਿਉਹਾਰ ਸਾਡੇ ਘਰਾਂ ਵਿੱਚ ਘਰ ਚੁੱਕੇ ਆ। ਹੋਰ ਵੇਖਿਓ ਕਿ ਜਿਨ੍ਹਾਂ ਤੋਂ ਆਂਢ ਗੁਆਂਢ ਗਲੀ ਮੁਹੱਲੇ ਆਲੇ ਦੁਆਲੇ ਦੀਆਂ ਧੀਆਂ ਭੈਣਾਂ ਨੂੰ ਖਤਰਾ ਆ, ਹਾਂਜੀ, ਕੱਲ ਨੂੰ ਆਪਦੀ ਭੈਣ ਕੋਲੋਂ ਰੱਖੜੀ ਬਣਾਉਣਗੇ ਤੇ ਉਹਦੀ ਰੱਖਿਆ ਦਾ ਪ੍ਰਣ ਲੈਣਗੇ। ਠੀਕ ਆ।
ਵੀ ਤੁਸੀਂ ਇੱਕ ਭੈਣ ਕੋਲੋਂ ਰੱਖੜੀ ਦਾ ਪ੍ਰਣ ਲੈਣ ਡਏ ਹੋ, ਤੁਸੀਂ ਇਹ ਸੋਚੋ ਵੀ ਤੁਸੀਂ ਆਲੇ ਦੁਆਲੇ ਦੀਆਂ ਸਾਰੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਕਰੋ ਭਾਈ, ਆਪਣੀ ਆਦਤ ਵਿੱਚ ਸੁਧਾਰ ਕਰ ਲਓ। ਬਿਲਕੁਲ ਠੀਕ ਆ। ਤਾਂ ਇਹੋ ਜਿਹਾ ਗੰਦਮੰਦ ਜਿਹੜਾ ਛੱਡ ਦੇਣ ਤਾਂ ਸਾਡੀ ਰੱਖੜੀ ਰੱਖੜੀ ਆ। ਰੱਖੜੀ ਠੀਕ ਹੈ। ਤੁਸੀਂ ਬਿਲਕੁਲ ਸਹੀ ਗੱਲ ਆ ਵੀ ਜਦੋਂ ਸਾਡੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ, ਫਿਰ ਵੇਖੋ ਇਹਨੂੰ ਰਕਸ਼ਾ ਬੰਧਨ ਦਾ ਅਸੀਂ ਨਾਂ ਦਿੰਦੇ ਹਾਂ। ਮੈਂ ਕਈਆਂ ਪਰਿਵਾਰਾਂ 'ਚ ਵੇਖਿਆ ਵੀ ਬਜ਼ੁਰਗ ਦੀ ਉਮਰ ਮੇਰੇ ਖਿਆਲ 'ਚ 80 ਸਾਲ ਦੇ ਕਰੀਬ ਆ, ਅਤੇ ਉਹਦੀ ਵੀ ਭੈਣ 65 ਸਾਲ ਦੀ ਉਹਦੇ ਗੁੱਟ 'ਤੇ ਰੱਖੜੀ ਬੰਨ੍ਹਣ ਆ ਰਹੀ ਹੈ ਵੀ ਹੱਦ ਹੋ ਗਈ। ਬਾਪੂ ਨੂੰ ਵਾਸ਼ਰੂਮ ਜਿਹੜਾ ਵਾ ਉਹਦੇ ਪੋਤਰੇ ਲੈ ਕੇ ਜਾ ਰਹੇ ਆ, ਹੁਣ ਬਾਪੂ ਨੇ ਦੱਸ ਕਿਹਦੀ ਰੱਖਿਆ ਕਰਨੀ ਆ, ਹੁਣ ਤੇ ਉਹਦੇ ਐਨਕਾਂ ਲੱਗੀਆਂ ਹੋਈਆਂ ਵਾ, ਉਹਦੇ ਕੋਲ ਤੁਰਿਆ ਨਹੀਂ ਵਿਚਾਰੇ ਕੋਲ ਜਾ ਰਿਹਾ। ਮਤਲਬ ਕਿੱਦਾਂ ਦੇ ਅਸੀਂ ਦਿਨ ਬਣਾ ਕੇ ਸਾਡੇ ਸਮਾਜ ਦੇ ਵਿੱਚ ਥੋਪੇ ਜਾ ਰਹੇ। ਇਹੋ ਜਿਹਾ ਨਾ ਰਹਿੰਦ ਖੂੰਦ, ਕੂੜ ਕਬਾੜ, ਹਾਂ, ਜਾਂ ਜਿਹੜੀਆਂ ਜਿੱਦਾਂ ਵਾ ਇਹੋ ਜਿਹੀਆਂ ਵੀ ਅਸੀਂ ਤਾਂ ਕਰਨਾ ਹੀ ਕਰਨਾ ਜੀ, ਇਹ ਤੁਹਾਨੂੰ ਇੱਥੇ ਸਾਡੇ ਭਾਰਤ ਦੇ ਇਸ ਵਾਤਾਵਰਨ ਦੇ ਵਿੱਚ ਹੀ ਮਿਲਦਾ। ਹਾਂਜੀ, ਦੁਨੀਆ ਭਰ 'ਚ ਹੋਰ ਸਮਾਜ ਵੀ ਰਹਿੰਦੇ ਆ, ਬਿਲਕੁਲ, ਉੱਥੇ ਵੀ ਭੈਣ ਭਰਾ ਹੈਗੇ ਆ, ਬਿਲਕੁਲ ਠੀਕ ਆ। ਹਾਂਜੀ, ਉੱਥੇ ਕਿਤੇ ਰਿਸ਼ਤੇ ਨਹੀਂ ਹੈਗੇ ਜਾਂ ਭੈਣ ਭਰਾ ਨਹੀਂ ਹੈਗੇ। ਹਾਂਜੀ, ਮਤਲਬ ਉੱਥੇ ਵੀ ਲੋਕ ਜੀਂਦੇ ਹੀ ਆ, ਜਿਉਂਦੇ ਆ, ਬਿਲਕੁਲ ਠੀਕ ਆ। ਉੱਥੇ ਲੋਕ ਇੱਕ ਦੂਜੇ ਦੇ ਕੰਮ ਨਹੀਂ ਆਉਂਦੇ। ਮਤਲਬ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ ਸੀਗੀਆਂ ਵੀ ਕੋਈ ਏਦਾਂ ਕਰਨ ਨਾਲ ਹੀ ਜਾਂ ਮਤਲਬ ਖੁਸ਼ੀ ਮਿਲਦੀ ਆ, ਜਾਂ ਮਤਲਬ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਭੈਣ ਭਰਾ ਦਾ ਚਲੋ ਪਿਆਰ ਆ, ਲੈਣ ਦੇਣ ਬਣਿਆ ਵਾ, ਆਉਣ ਜਾਣ ਬਣਿਆ ਵਾ। ਇਹ ਅੱਗੋਂ ਪਿੱਛੋਂ ਕਿਹੜਾ ਆਉਣ ਜਾਣ ਕੋਈ ਮਨਾ ਕਰਦਾ। ਨਾਲੇ ਸਭ ਤੋਂ ਵੱਡੀ ਗੱਲ ਆ, ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤੇ ਉੱਥੇ ਵੇਖੋ ਇਹ ਆ ਰੱਖੜੀ ਬੰਨ੍ਹਣ ਵਾਲੇ ਤਿਉਹਾਰ ਇੱਦਾਂ ਦੀ ਕੋਈ ਉਹਨਾਂ ਦੇ ਵਿੱਚ ਹੈ ਨਹੀਂ ਗੀ ਥਾਂ ਵੀ ਉਹ ਬੰਨ੍ਹਦੇ ਹੋਣ, ਪਰ ਉੱਥੇ ਰਾਤ ਨੂੰ 12 ਵਜੇ 2 ਵਜੇ ਵੀ ਕੋਈ ਸਾਡੀ ਭੈਣ ਆਪਣੀ ਜੋਬ ਤੋਂ ਜਿਹੜੀ ਜਦੋਂ ਫ੍ਰੀ ਹੁੰਦੀ ਆ ਤਾਂ ਆਪਣੇ ਘਰ ਨੂੰ 60 ਮੀਲ 70 ਮੀਲ 100 ਕਿਲੋਮੀਟਰ ਦੂਰ ਸਫ਼ਰ ਤੈਅ ਕਰਕੇ ਆਉਂਦੀ ਆ। ਪਰਿਵਾਰ ਨੂੰ ਵੀ ਪਤਾ ਵੀ ਕੋਈ ਖਤਰਾ ਨਹੀਂ ਹੋਣਾ, ਵੀ ਇਹ ਇਕੱਲੀ ਆ ਰਹੀ, ਕੋਈ ਪ੍ਰੋਬਲਮ ਨਹੀਂ। ਇੱਥੇ ਆ ਦੇਸ਼ ਰੱਖੜੀਆਂ ਬਣਾ ਕੇ ਅਸੀਂ, ਮੇਰੇ ਖਿਆਲ 'ਚ ਹਰ ਪਰਿਵਾਰ ਜਿਹੜਾ ਵਾ ਇਹ ਜਿਹੜੇ ਇਸ ਤਿਉਹਾਰ ਨੂੰ ਮੰਨਦੇ ਉਹ ਰੱਖੜੀਆਂ ਬੰਨ੍ਹਦੇ ਆ, ਪਰ ਫਿਰ ਵੀ ਇੱਥੇ ਦਿਨ ਦਿਹਾੜੇ ਜਿਹੜੇ ਰੇਪ ਹੋ ਰਹੇ ਆ, ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ ਵਾ। ਇੱਥੇ ਆਪਾਂ ਆਏ ਦਿਨ ਆਪਾਂ ਖਬਰਾਂ ਪੜ੍ਹਦੇ ਹਾਂ, ਭਾਵੇਂ ਉਹ ਦਿੱਲੀ ਵਰਗੀ ਆਪਾਂ ਜਿਹੜੀ ਆਪਾਂ ਉਹ ਉੱਥੇ ਦਿੱਲੀ ਦੀ ਗੱਲ ਕਰ ਲਈਏ ਵੀ ਹੁਣ ਉੱਥੇ ਇੰਨੀ ਜਿਹੜੀ ਪੁਲਿਸ ਹੋਣ ਦੇ ਬਾਵਜੂਦ, ਪ੍ਰਸ਼ਾਸਨ ਇੰਨਾ ਤਗੜਾ ਹੋਣ ਦੇ ਬਾਵਜੂਦ ਵੀ ਘਟਨਾਵਾਂ ਵਾਪਰ ਗਈਆਂ। ਕਿੰਨਿਆਂ ਸ਼ਹਿਰਾਂ 'ਚ ਇਸ ਦੇਸ਼ ਵਿੱਚ ਘਟਨਾਵਾਂ ਵਾਪਰੀਆਂ, ਤੇ ਫਿਰ ਵੀ ਸਾਡਾ ਸਮਾਜ ਜਿਹੜਾ ਇਹ ਕੱਚੇ ਪਿੱਲੇ ਤਿਉਹਾਰਾਂ ਦੇ ਉੱਤੇ ਆਪਣਾ ਵਿਸ਼ਵਾਸ ਕਰਕੇ ਬੈਠਾ ਵਾ। ਤਾਂ ਜਿਹੜੀ ਰਾਖੀ ਆ ਉਹ ਸਾਡੀ ਕਿਸੇ ਧਾਗੇ ਨੇ ਨਹੀਂ ਕਰਨੀ ਜਾਂ ਕਿਸੇ ਨੇ ਨਹੀਂ ਕਰਨੀ, ਅਸੀਂ ਆਪਣੀਆਂ ਧੀਆਂ ਨੂੰ ਆਪਣੇ ਆਪ ਮਜ਼ਬੂਤ ਬਣਾਈਏ। ਹੁਣ ਨਾਲੇ ਜੇ ਭੈਣ ਸਾਡੀ ਜੱਜ ਹੋਵੇ, ਮੰਨ ਲਓ ਹੁਣ ਬਹੁਤ ਸਾਡੀਆਂ ਧੀਆਂ ਬੱਚੀਆਂ ਜੱਜ ਵੀ ਬਣੀਆਂ ਨੇ ਆ। ਥੋੜ੍ਹੇ ਦਿਨ ਪਹਿਲਾਂ ਮੈਂ ਜਿਹੜਾ ਅਜਨਾਲੇ ਆਪਣਾ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਸੀ, ਉੱਥੇ ਇੱਕ ਆਮ ਦਰਮਿਆਨੇ ਪਰਿਵਾਰ ਦੀ ਧੀ ਜੱਜ ਬਣੀ। ਹੁਣ ਜਿਹੜੀ ਖੁਦ ਜੱਜ ਬਣ ਗਈ ਆ, ਉਹਨੂੰ ਭਲਾ ਧਾਗਾ ਕਿਸੇ ਦੇ ਗੁੱਟ ਤੇ ਬੰਨ੍ਹ ਕੇ ਉਹ ਕਿਸੇ ਤੋਂ ਆਸ ਲਾਊਗੀ ਵੀ ਕੋਈ ਉਹਦੀ ਰੱਖਿਆ ਕਰੇ? ਉਹ ਤਾਂ ਖੁਦ ਆਪ ਕਾਨੂੰਨ ਬਣ ਗਈ ਆ। ਭੈਣਾਂ ਜਦੋਂ ਭਰਾ ਨੂੰ ਰੱਖੜੀ ਬੰਨ੍ਹਦੀਆਂ ਨਾ, ਹਾਂਜੀ, ਉੱਥੇ ਉਹ ਭਰਾ ਨੂੰ ਬੰਨ੍ਹਦੀਆਂ ਪਿਓ ਨੂੰ ਵੀ ਬੰਨ੍ਹ ਦਿੰਦੀਆਂ, ਪਿਓ ਨੂੰ ਬੰਨ੍ਹ ਦਿੰਦੀਆਂ। ਹਾਂਜੀ, ਤਾਂ ਕਿੰਨੀ ਕਮਾਲ ਦੀ ਗੱਲ ਆ ਵੀ ਜਿਹੜੀ ਘਰ 'ਚ ਨੂੰਹ ਆ ਉਹ ਵੀ ਤੇ ਧੀ ਦੇ ਥਾਂ ਹੀ ਆ। ਹਾਂਜੀ, ਠੀਕ ਹੈ ਨਾ, ਬਿਲਕੁਲ ਠੀਕ ਆ। ਕਿ ਤੁਹਾਡਾ ਵਿਹਾਰ ਉਹਦੇ ਪ੍ਰਤੀ ਕਿਉਂ ਮਾੜਾ ਵਾ, ਜਾਂ ਉਹਦੇ ਪ੍ਰਤੀ ਸ਼ਬਦ ਤੁਹਾਡੇ ਕਿਉਂ ਮਾੜੇ ਆ? ਹਾਂਜੀ, ਵੀ ਜੇ ਅਸੀਂ ਆਪਣੇ ਸਿਲਸਿਲੇ ਨੂੰ ਵੇਖੀਏ, ਸੁਧਾਰ ਲਈਏ, ਤਾਂ ਫਿਰ ਸਾਡਾ ਸਮਾਜ ਜਿਹੜਾ ਵਾ ਉਹ ਹੋਰ ਕਿਸੇ ਪਾਸੇ ਨੂੰ ਤੁਰਦਾ ਵਾ। ਜਿਹੜੀ ਜੇਦ ਆ ਵੀ ਮਤਲਬ ਅਸੀਂ ਤਾਂ ਕਰਨੀ ਆ, ਉਹ ਜੇਦ ਵਿੱਚ ਤਾਂ ਕੁਛ ਨਹੀਂ ਕੀਤਾ ਜਾ ਸਕਦਾ। ਬਿਲਕੁਲ ਠੀਕ ਆ। ਇਹ ਜਿਹੜੀ ਗੱਲ ਆ ਨਾ, ਤੁਸੀਂ ਹੁਣੇ ਗੱਲ ਕਹੀ ਆ ਰੱਖੜੀ ਬਾਰੇ ਵੀ, ਜਿਹੜੀ ਹੁਣ ਤੁਸੀਂ ਵੇਖੋ ਵੀ ਇੱਥੇ ਹੁਣੇ ਤੁਸੀਂ ਨੂੰਹ ਦੀ ਗੱਲ ਕੀਤੀ ਆ, ਸਾਡੇ ਆਪਣੇ ਸਮਾਜ ਦੇ ਵਿੱਚ ਆਪਾਂ ਵੇਖੀਏ ਵੀ ਧੀਆਂ ਕੋਲੋਂ ਬਿਲਕੁਲ ਜਦੋਂ ਰੱਖੜੀ ਬੰਨ੍ਹਣ ਆਉਂਦੀਆਂ, ਪਿਤਾ ਦੇ ਗੁੱਟ 'ਤੇ ਵੀ, ਦਾਦੇ ਦੇ ਗੁੱਟ 'ਤੇ ਵੀ ਰੱਖੜੀ ਬੰਨ੍ਹ ਜਾਂਦੀਆਂ। ਅਤੇ ਨੂੰਹਾਂ ਪ੍ਰਤੀ ਜੇ ਸਾਡਾ ਸਮਾਜ ਸੱਚੀ ਇੰਨਾ ਅਸੀਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਹੋਵੇ, ਕਿੰਨੀਆਂ ਧੀਆਂ ਦੀਆਂ ਆਪਾਂ ਰੋਜ਼ ਖਬਰਾਂ ਪੜ੍ਹਦੇ ਹਾਂ ਜਿੱਥੇ ਕੋਈ ਤੇਲ ਪਾ ਕੇ ਸਾੜ ਰਿਹਾ ਵਾ, ਜਿਹੜਾ ਕੋਈ ਉਹਨੂੰ ਕਰੰਟ ਲਾ ਕੇ ਮਾਰ ਰਿਹਾ ਵਾ, ਜਾਂ ਉਹਨਾਂ ਦੇ ਘਰ ਦਾ ਮਾਹੌਲ ਹੀ ਐਸਾ ਸਿਰਜ ਦਿੱਤਾ ਜਾਂਦਾ ਕਿ ਉਹ ਆਪਣੇ ਆਪ ਹੀ ਆਪਣੀ ਜੀਵਨ ਲੀਲਾ ਖਤਮ ਕਰ ਲਵੇ। ਤਾਂ ਸਾਨੂੰ ਮੁੱਕਦੀ ਗੱਲ ਇੱਥੇ ਹੈ ਕਿ ਸਾਨੂੰ ਇਹੋ ਜਿਹੇ ਕੱਚੇ ਪਿੱਲੇ ਤਿਉਹਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ। ਜਿਨ੍ਹਾਂ ਦੇ ਹੈਗੇ ਨੇ ਉਹ ਜੰਮ ਮਨਾਉਣ। ਸਵਾਲ ਇਹ ਹੈ ਵੀ ਜਿਨ੍ਹਾਂ ਦੇ ਹੈਗੇ ਉਹ ਜੰਮ ਮਨਾਉਣ, ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ, ਪਰ ਅਸੀਂ ਆਪਣੇ ਜਿਹੜੇ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਆ, ਜਿਹੜੇ ਦਾਅਵਾ ਕਰਦੇ ਆ ਅਸੀਂ ਗੁਰਦੁਆਰੇ ਆਉਂਦੇ ਆ, ਜਦੋਂ ਵਰਤਾਂ ਦੇ ਦਿਨ ਵੀ ਆਉਂਦੇ ਆ, ਅਸੀਂ ਉਦੋਂ ਵੀ ਇਹ ਗੱਲ ਕਹਿੰਦੇ ਹੁੰਦੇ ਆ ਜਿਨ੍ਹਾਂ ਦੇ ਦਿਨ ਹੈਗੇ ਉਹ ਜੰਮ ਮਨਾਉਣ, ਜੰਮ ਵਰਤ ਰੱਖਣ। ਪਰ ਕਮ ਸੇ ਕਮ ਜਿਹੜੀਆਂ ਸਾਡੀਆਂ ਧੀਆਂ ਬੱਚੀਆਂ ਗੁਰਬਾਣੀ ਪੜ੍ਹਦੀਆਂ ਵਾ, ਸਿੱਖ ਘਰਾਣਿਆਂ ਨਾਲ ਸੰਬੰਧ ਰੱਖਦੀਆਂ ਵਾ,
ਉਹ ਇਹਨਾਂ ਗੱਲਾਂ ਤੋਂ ਬਚਣ ਜਿਹੜੀਆਂ ਇਸ ਭਰਮ 'ਚ ਵਰਤ ਰੱਖਦੀਆਂ ਵੀ ਸਾਡੇ ਭੁੱਖੇ ਰਹਿਣ ਨਾਲ ਸਾਡੇ ਪਤੀ ਦੀ ਲੰਬੀ ਉਮਰ ਹੋਣੀ ਆ। ਇਕੱਲੇ ਰੱਖੜੀ ਦੀ ਗੱਲ ਹੀ ਨਾ ਆਪਾਂ ਕਰੀਏ, ਜਿੰਨੇ ਵੀ ਅਨਮਤੀ ਤਿਉਹਾਰ ਜਿਹੜੇ ਸਾਡੇ ਉੱਤੇ ਲੱਦੇ ਜਾ ਰਹੇ ਆ, ਭਗਤ ਕਬੀਰ ਜੀ ਵਰਗੇ ਯੋਧਿਆਂ ਤੇ ਆਖਿਆ ਵੀ ਪੰਡਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ, ਇੱਦਾਂ ਦੀਆਂ ਵਿਚਾਰਾਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਉਹਨਾਂ ਦੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ। ਤਾਂ ਕਿਤੇ ਨਾ ਕਿਤੇ ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਕਿਤੇ ਨਾ ਕਿਤੇ ਸਾਡੇ ਗਾਇਕਾਂ ਨੇ ਪ੍ਰਮੋਟ ਕੀਤਾ ਹੋਇਆ, ਜਾਂ ਜਦੋਂ ਅਸੀਂ ਆਪਾਂ ਆਮ ਧਾਰਮਿਕ ਸਟੇਜਾਂ ਤੇ ਵੇਖਦੇ ਹਾਂ, ਜਦੋਂ ਇੱਕ ਵੀਰ ਦੇਈਂ ਵੇ ਰੱਬਾ ਮੇਰਾ ਰੱਖੜੀ ਬੰਨ੍ਹਣ ਨੂੰ ਜੀ ਕਰਦਾ, ਤੁਹਾਨੂੰ ਲੱਗਦਾ ਨਹੀਂ ਕਿ ਭਾਈ ਸੁਖਵਿੰਦਰ ਸਿੰਘ ਜੀ ਕਿਤੇ ਨਾ ਕਿਤੇ ਸਾਡੇ ਅਖੌਤੀ ਧਾਰਮਿਕ ਲੋਕਾਂ ਨੇ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਆਪਣਾ ਰੋਲ ਅਦਾ ਕੀਤਾ ਕਿ ਇਹ ਤਿਉਹਾਰਾਂ ਨੂੰ ਬੜਾਵਾ ਦੇਣ ਵਿੱਚ? ਆਹੋ, ਜਦੋਂ ਜਿਹੜੀ ਮਾਨਤਾ ਸਮਾਜ ਵਿੱਚ ਚੱਲਦੀ ਰਹਿੰਦੀ ਆ, ਜਿਹੜੀਆਂ ਮਾਨਤਾਵਾਂ ਜਿਹੜੀਆਂ ਸਮਾਜ ਪਾਲਦਾ ਰਹਿੰਦਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕੁਝ ਲੋਕ ਆ ਜਿਹੜੇ ਮੌਕੇ ਦਾ ਫਾਇਦਾ ਉਠਾ ਕੇ ਉਹੋ ਜਿਹੀ ਗੱਲਬਾਤ ਪੇਸ਼ ਕਰ ਜਾਂਦੇ ਆ। ਬਿਲਕੁਲ ਠੀਕ ਆ। ਜਿਵੇਂ ਹੁਣ ਮੰਨ ਲਓ ਇਹ ਤਿਉਹਾਰ ਆ ਰਿਹਾ ਤਾਂ ਜਿਹੜਾ ਇਦਾਂ ਦਾ ਬੰਦਾ ਆ ਉਹਨੇ ਗੀਤ ਵੀ ਕੋਈ ਨਾ ਕੋਈ ਲਿਖ ਲੈਣਾ। ਠੀਕ ਹੈ। ਸਮੇਂ ਜਿਵੇਂ ਫੋਟੋਆਂ ਬਣ ਗਈਆਂ ਐਵੇਂ ਸਮੇਂ ਨੂੰ ਲਿਹਾਜ਼ ਨੂੰ ਰੱਖ ਕੇ ਸਾਹਮਣੇ ਤਾਂ ਗੀਤ ਵੀ ਲਿਖੇ ਜਾ ਸਕਦੇ, ਗੀਤ ਵੀ ਲਿਖੇ ਜਾਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਇਹ ਤਾਂ ਇਹੋ ਜਿਹੇ ਲੋਕ ਕਰਦੇ ਹੀ ਰਹਿੰਦੇ ਆ। ਗੱਲ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਸਮਝਣਾ ਚਾਹੀਦਾ, ਸੋਚਣਾ ਚਾਹੀਦਾ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਫੋਕੀਆਂ ਰੀਤਾਂ ਰਸਮਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ। ਜਿਵੇਂ ਆਪਾਂ ਵੇਖਦੇ ਹਾਂ ਕੋਈ ਗੁਰਪੁਰਬ ਆਉਂਦਾ ਤੇ ਅੱਗੋਂ ਪਿੱਛੋਂ ਭਾਵੇਂ ਸਾਡੇ ਕਲਾਕਾਰ ਗੰਦ ਸਮਾਜ ਨੂੰ ਪਰੋਸ ਕੇ ਦੇਣ, ਪਰ ਜਦੋਂ ਦਿਨ ਆਏਗਾ ਤੇ ਕਿੱਦਾਂ ਉਹ ਐਨ ਜਿਵੇਂ ਕਹਿਣਗੇ ਗੁਰੂ ਦੇ ਪਿਆਰ 'ਚ ਭਿੱਜ ਕੇ ਵੇਖੋ ਬੜਾ ਸੋਹਣਾ ਗੀਤ, ਉਹਨਾਂ ਨੂੰ ਪਤਾ ਕਿ ਆਹ ਸਮਾਂ ਐਸਾ ਵਾ ਵੀ ਅਸੀਂ ਇਹ ਇਮੋਸ਼ਨਲ ਹੋ ਕੇ ਸਾਡਾ ਇਹਨਾਂ ਨੇ ਇਹ ਜਿਹੜਾ ਗਾਣਾ ਵਾ ਇਹ ਚੱਕ ਲੈਣਾ ਵਾ। ਕਿਤੇ ਨਾ ਕਿਤੇ ਐਸਾ ਭਾਵੇਂ ਰੱਖੜੀਆਂ ਦੀ ਗੱਲ ਆਉਂਦੀ ਆ, ਮੈਨੂੰ ਯਾਦ ਹੈ ਇੱਕ ਵਾਰ ਹਰਿਆਣੇ ਦੇ ਵਿੱਚ ਇੱਕ ਮੈਂ ਸਮਾਗਮ 'ਤੇ ਗਿਆ ਸੀ ਤੇ ਮੇਰੇ ਨਾਲ ਇੱਕ ਮੰਨਿਆ ਪ੍ਰਮੰਨਿਆ ਕਵੀਸ਼ਰੀ ਜਥਾ ਗਿਆ ਸੀ ਤੇ ਉਹ ਮਾਹੌਲ ਐਸਾ ਸੀ ਕਿਉਂਕਿ ਤੇ ਲੋਕੀ ਅਰਦਾਸਾਂ ਕਰਾ ਰਹੇ ਸੀ ਉਹਨਾਂ ਕੋਲੋਂ, ਤੇ ਮੈਂ ਉੱਥੇ ਮੈਨੂੰ ਪਤਾ ਸੀ ਵੀ ਇੱਥੇ ਮਾਹੌਲ ਇੱਦਾਂ ਦਾ ਵੀ ਬਾਣੀ ਦੀ ਵਿਚਾਰ ਜਿਹੜੀ ਆ ਸੁਣਨ ਵਾਲੇ ਸਰੋਤੇ ਕਿੱਦਾਂ ਦੇ। ਮੈਂ ਉੱਥੇ ਦੱਸ ਦਿੱਤਾ ਵੀ ਸਾਨੂੰ ਪੁੱਤਾਂ ਧੀਆਂ ਦੇ ਵਿੱਚ ਕੋਈ ਫਰਕ ਨਹੀਂ ਜਾਣਨਾ ਚਾਹੀਦਾ, ਸਾਡੇ ਵਾਸਤੇ ਪੁੱਤਰ ਧੀਆਂ ਬਰਾਬਰ ਆ, ਸਗੋਂ ਧੀਆਂ ਨੂੰ ਪੁੱਤਾਂ ਨਾਲੋਂ ਵੀ ਵੱਧ ਮਾਣ ਸਤਿਕਾਰ ਦਿਓ। ਤਾਂ ਇੰਨੀ ਕਹਿਣ ਦੀ ਦੇਰ ਸੀ ਤੇ ਸਟੇਜ 'ਤੇ ਹੀ ਉਹ ਜਿਹੜਾ ਕਵੀਸ਼ਰੀ ਜਥਾ ਸੀ ਆਪਸ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ ਵੀ ਧੀਆਂ ਵਾਲੀ ਕਵਿਤਾ ਆਪਾਂ ਨੂੰ ਇੱਥੇ ਗਾਉਣੀ ਪੈਣੀ ਹੈ। ਮਤਲਬ ਮੌਕਾ ਵੇਖ ਲੈਂਦੇ ਵੀ ਜੇ ਮੈਂ ਪੁੱਤਾਂ ਦੇ ਹੱਕ 'ਚ ਬੋਲਦਾ ਤੇ ਪੁੱਤਾਂ ਵਾਲੀਆਂ ਕਵਿਤਾਵਾਂ ਚੱਲਣੀਆਂ ਸੀ, ਤੇ ਮੇਰੇ ਅੱਖੀਂ ਵੇਖਣ ਦੀ ਗੱਲ ਹੈ ਉੱਥੇ ਕਿਸੇ ਨੇ ਪੁੱਤ ਦੀ ਅਰਦਾਸ ਨਹੀਂ ਸੀ ਕਰਾਈ। ਵੇਖੋ ਇਹਦੇ ਪਿੱਛੇ ਵੀ ਕਾਰਨ ਆ, ਜਿੰਨੀਆਂ ਵੀ ਤੁਸੀਂ ਸਟੇਜਾਂ ਵੇਖਦੇ ਹੋ ਲੱਗੀਆਂ ਹੁੰਦੀਆਂ ਪੁੱਤਾਂ ਦੀਆਂ ਲੋਕ ਅਰਦਾਸਾਂ ਕਰਾਉਣ ਜਾਂਦੇ ਆ, ਪੁੱਤ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ, ਇੱਥੋਂ ਦੁੱਧ ਮਿਲਦਾ, ਇੱਥੋਂ ਪੁੱਤ ਮਿਲਦਾ। ਮੈਨੂੰ ਨਹੀਂ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਕਿ ਕਿਤੇ ਵੀ ਆਪਾਂ ਜੇ ਲਾਈਏ ਵੀ ਕੋਈ ਧੀ ਦੇਣ ਵਾਲਾ ਵੀ ਜਿਹੜਾ ਕੋਈ ਬਾਬਾ ਕੋਈ ਡੇਰਾ ਹੋਵੇ, ਤੇ ਇਹ ਫਿਰ ਵੀ ਸਾਡੇ ਸਮਾਜ ਦੇ ਵਿੱਚ ਇੱਦਾਂ ਦੇ ਤਿਉਹਾਰ ਲੱਦ ਕੇ ਤੇ ਅਸੀਂ ਪੁੱਤਾਂ ਨੂੰ ਜਿਹੜਾ ਵਾ ਉਹ ਅੱਗੇ ਰੱਖ ਕੇ ਬੈਠੇ ਹਾਂ। ਤਾਂ ਮੇਨ ਸਾਨੂੰ ਗੁਰਬਾਣੀ ਸਮਝਣੀ ਤੇ ਵਿਚਾਰਨੀ ਚਾਹੀਦੀ ਆ, ਕਿਉਂਕਿ ਅਸੀਂ ਗੁਰਬਾਣੀ ਤੋਂ ਟੁੱਟ ਚੁੱਕੇ ਹਾਂ। ਸਾਧ ਸੰਗਤ ਜੀ, ਮੇਨ ਗੱਲ ਆ ਵੀ ਅਸੀਂ ਆਪਣੇ ਪਰਿਵਾਰਾਂ 'ਚ ਗੁਰਬਾਣੀ ਛੱਡ ਚੁੱਕੇ ਹਾਂ। ਬਹੁਤਿਆਂ ਥਾਵਾਂ 'ਤੇ ਮੈਂ ਵੇਖਿਆ ਡੇਰਿਆਂ 'ਚ ਵੀ ਜਾਂਦੇ ਆ, ਕਿਉਂਕਿ ਅਗਲਿਆਂ ਡੇਰੇਦਾਰਾਂ ਰੋਕਿਆ ਹੀ ਨਹੀਂ। ਉਹਨਾਂ ਨੂੰ ਪਤਾ ਵੀ ਇਹ ਪਰਿਵਾਰ ਨਸ਼ਾ ਵੇਚਦਾ, ਜੇ ਅਸੀਂ ਰੋਕਿਆ ਤੇ ਇਹਨਾਂ ਨੇ ਸਾਡੇ ਕੋਲੋਂ ਆਉਣੋਂ ਹਟ ਜਾਣਾ ਨਹੀਂ, ਚਲੋ ਤੁਸੀਂ ਨਸ਼ਾ ਵੇਚੀ ਜਾਓ, ਸਾਨੂੰ ਮੱਥਾ ਟੇਕੀ ਜਾਓ ਆਣ ਕੇ। ਕਿਤੇ ਨਾ ਕਿਤੇ ਹਾਂਜੀ ਸਿੱਖ ਸੱਭਿਆਚਾਰ ਜਿਹੜਾ ਵਾ ਉਹ ਸਾਡਾ ਪਾਸੇ ਕਰ ਦਿੱਤਾ ਗਿਆ। ਰੰਗ ਬਰੰਗਾ ਰਲਿਆ ਮਿਲਿਆ ਮਿਲਗੋਭਾ ਜਿਹੜਾ ਸੱਭਿਆਚਾਰ ਆ, ਕੁਝ ਹਿੰਦੂ ਧਰਮ ਦਾ ਲੈ ਲਿਆ, ਕੁਝ ਇਸਲਾਮ ਦਾ ਲੈ ਲਿਆ, ਕੁਝ ਈਸਾਈਅਤ ਦਾ ਲੈ ਲਿਆ। ਬਿਲਕੁਲ ਠੀਕ ਆ। ਤਾਂ ਤੁਸੀਂ ਵਿਆਹ ਤੇ ਵੇਖ ਲਓ ਵੀ ਉੱਥੇ ਚੁੰਨੀ ਚੜਾਵਾ ਵੀ ਹੋ ਜਾਣਾ, ਹਾਂਜੀ, ਉੱਥੇ ਰਿੰਗ ਸੈਰਾਮਨੀ ਵੀ ਹੋ ਜਾਣੀ ਆ, ਜੈਮਾਲਾ ਵੀ ਹੋ ਜਾਣੀ ਆ, ਤੇ ਉੱਥੇ ਆਨੰਦ ਕਾਰਜ ਵੀ ਹੋ ਜਾਣਾ। ਆਨੰਦ ਕਾਰਜ ਸਾਰਾ ਕੁਝ ਹੀ ਕਰ ਲੈਣਾ। ਮਤਲਬ ਰਿਹਾ ਕੀ ਹੈ ਨਾ, ਕੋਈ ਵੀ ਨਹੀਂ ਛੱਡਿਆ, ਸਾਰਾ ਕੁਝ ਰਲਿਆ। ਜਿਵੇਂ ਮਿਕਸ ਸਬਜ਼ੀ ਹੁੰਦੀ ਵਿੱਚ ਭਿੰਡੀਆਂ ਪਾ ਲਓ, ਬੈਂਗਣ ਪਾ ਲਓ, ਵੀ ਇਹ ਥੋੜ੍ਹਾ 5-7 ਜਿੰਨੀਆਂ ਮਰਜ਼ੀ ਸਬਜ਼ੀਆਂ ਪਾ ਲਓ, ਉਹ ਅਸੀਂ ਖਿਚੜੀ ਜੀ ਬਣਾ ਕੇ ਰੱਖ ਦਿੱਤੀ, ਸਾਰਾ ਕੁਝ ਵਿੱਚ ਜਿਹੜਾ ਵਾ ਉਹ ਮਲਗੋਭਾ ਕਰਤਾ। ਤੇ ਉਹਦਾ ਕਾਰਨ ਹੀ ਇਹੋ ਵੀ ਕਿਤੇ ਅਸੀਂ ਆਪ ਗੁਰਬਾਣੀ ਵਾਲੇ ਬੰਨੇ ਤੁਰੇ ਨਹੀਂ ਆ, ਨਾ ਅਸੀਂ ਬਾਣੀ ਦੀ ਵਿਚਾਰ ਵਾਲੇ ਬੰਨੇ ਤੁਰੇ ਆ, ਨਾ ਅਸੀਂ ਆਪਣਾ ਵਡਮੁੱਲਾ ਇਤਿਹਾਸ ਹੀ ਸਮਝਿਆ। ਹਾਂ ਬਿਲਕੁਲ ਜੀ, ਬਿਲਕੁਲ ਹਾਂਜੀ, ਵੀ ਨਾ ਅਸੀਂ ਇਸ ਬੰਨੇ ਤੁਰਦੇ ਤੇ ਸਾਨੂੰ ਸਮਝ ਆ ਜਾਂਦੀ। ਕਿਉਂਕਿ ਇਹ ਮੈਂ ਵੇਖਦਾ ਨਾ ਜਦੋਂ ਆਪਾਂ ਕੋਈ ਕਥਾ ਵਿਚਾਰ ਕਰਦੇ ਹਾਂ, ਕੋਈ ਪੋਸਟ ਪੈਂਦੀ ਆ, ਥੱਲੇ ਦਸਤਾਰਾਂ ਵਾਲੇ ਆਣ ਕੇ ਕਮੈਂਟ ਕਰਨਗੇ, ਵੇਖੋ ਜੀ ਭੈਣ ਭਰਾ ਦਾ ਪਿਆਰ ਆ, ਵੀ ਕੀ ਇੱਕ ਧਾਗੇ ਦਾ ਮੁਹਤਾਜ ਆ ਪਿਆਰ, ਵੀ ਬੜੇ ਨੇ ਜਿਹੜੇ ਧਾਗੇ ਨਹੀਂ ਬੰਨ੍ਹਦੇ। ਮੈਂ ਕਈ ਪਰਿਵਾਰ ਵੇਖੇ ਜਿਨ੍ਹਾਂ ਨੇ ਕਿਸੇ ਗੁਰਮਤ ਪ੍ਰਚਾਰ ਤੋਂ ਵੀ ਨਹੀਂ, ਆਪਣੇ ਆਪ ਹੀ ਨਹੀਂ ਇਹ ਤਿਉਹਾਰ ਮੰਨਿਆ। ਇੱਕ ਵੀਰ ਆ ਥੱਲੇ ਕਮੈਂਟ ਵੀ ਕਰਨ ਡਿਆ ਕਿ ਹਰ ਗੱਲ ਦੀ ਆਲੋਚਨਾ ਕਰਨੀ ਆ, ਉਹਦੇ ਵਿੱਚ ਚਾਹੇ ਲੌਜਿਕ ਹੋਵੇ ਚਾਹੇ ਨਾ ਹੋਵੇ। ਵੀ ਆਲੋਚਨਾ ਕਰਨ ਦਾ ਕੋਈ ਇਦਾਂ ਦਾ ਸ਼ੌਂਕ ਤਾਂ ਨਹੀਂ ਹੈਗਾ, ਤੁਸੀਂ ਭਾਈ ਬੰਨੋ।
ਆ ਬੰਨੋ 4-4 ਬੰਨੋ ਜੀ, ਜਦੋਂ ਭੈਣ ਨੇ ਹਿਸਾਬ ਮੰਗਿਆ ਪਤਾ ਤੋਂ ਲੱਗਣਾ। ਸਾਡੇ ਨੂੰ 4-4 ਬੰਨੋ, ਜੇ ਸਰੋਤੇ ਸੁਣ ਰਹੇ ਅਸੀਂ ਬੇਨਤੀ ਕਰਦੇ ਹਾਂ ਪਤਾ ਤੋਂ ਜੋ ਧੀ ਨੇ ਆਣ ਕੇ ਹਿਸਾਬ ਮੰਗਿਆ ਵਿੱਚ ਮੈਨੂੰ ਇੰਨਾ ਹਿੱਸਾ ਚਾਹੀਦਾ, ਫੇਰ ਵੇਖਾਂਗੇ ਪਿਆਰ ਕਿੰਨਾ ਕਾ। ਪਰਸੋਂ ਇੱਕ ਵੀਰ ਦੇ ਰੱਖੜੀ ਬੱਧੀ ਵੇਖੀ, ਹਾਂਜੀ, ਤੇ ਮੈਂ ਕਿਹਾ ਵੀ ਹੁਣ ਇਹ ਵੱਜ ਗਈ ਆ ਤਾਂ ਲਾ ਦੇ। ਗਰਮੀ ਆ, ਤੁਹਾਨੂੰ ਪਤਾ ਵੀ ਕਿਸੇ ਨੇ 2 ਵਾਰੀ ਇਸ਼ਨਾਨ ਕਰਨਾ, ਕਿਸੇ ਨੇ 3 ਵਾਰੀ। ਉਹ ਮੁਸ਼ਕਿਆ ਧਾਗਾ, ਗਲਿਆ ਧਾਗਾ ਬੰਨ ਛੱਡਣਾ ਕਈ ਮਹੀਨੇ ਇਹਨਾਂ ਦਾ ਲਟਕਦਾ ਰਹਿਣਾ। ਹਾਂਜੀ, ਦੂਰ ਕੀ ਜਾਣਾ ਭਾਈ ਸਾਹਿਬ ਜੀ। ਗੱਲ ਆਪਾਂ ਜੇ ਆਪਾਂ ਇੰਨੀ ਗੱਲ ਕਰੀਏ, ਕਈਆਂ ਘਰਾਂ ਵਿੱਚ ਲੜਕੀ ਕਹੇ ਨਾ ਮੈਂ +1 ਤੋਂ ਅੱਗੇ ਪੜ੍ਹਨਾ ਚਾਹੁੰਦੀ ਹਾਂ, ਗ੍ਰੈਜੂਏਸ਼ਨ ਤੋਂ ਅੱਗੇ ਕੋਈ ਡਿਪਲੋਮਾ ਕਰਨਾ ਚਾਹੁੰਦੀ ਹਾਂ, ਤੇ ਪੜ੍ਹਾਈ ਤੇ ਰੋਕ ਲਾਉਣਗੇ। ਉੱਦਾਂ ਰਕਸ਼ਾ ਬੰਧਨ ਹੈ, ਆ ਸੁਣ ਲੈਣ ਸਰੋਤੇ ਧਿਆਨ ਨਾਲ, ਮੈਂ ਸਾਰਿਆਂ ਵਾਸਤੇ ਗੱਲ ਕਰਦਾ। ਕਈਆਂ ਘਰਾਂ 'ਚ ਧੀ ਕਹਿੰਦੀ ਆ ਵੀ ਮੈਂ ਪੜ੍ਹਨਾ ਚਾਹੁੰਦੀ ਹਾਂ, ਪੁੱਤ ਪੜ੍ਹਨਾ ਨਹੀਂ ਚਾਹੁੰਦਾ, ਉਹਨੂੰ ਪੜ੍ਹਾਉਂਦੇ ਆ ਕਿਉਂਕਿ ਪੁੱਤ ਨੇ ਕੋਲ ਰਹਿਣਾ, ਧੀ ਨੂੰ ਵਿਆਹ ਕੇ ਅੱਗੇ ਤੋਰ ਦੇਣਾ। ਧੀ ਪੜ੍ਹਨਾ ਚਾਹੁੰਦੀ, ਉਹਦੀ ਪੜ੍ਹਾਈ ਤੇ ਰੋਕ ਲਾਈ ਜਾ ਰਹੀ। ਮੈਂ ਐਸੇ ਪਰਿਵਾਰ ਖੁਦ ਆਪਣੀ ਅੱਖਾਂ ਨਾਲ ਵੇਖੇ ਆ ਜਿੱਥੇ ਧੀਆਂ ਪੜ੍ਹਨਾ ਚਾਹੁੰਦੀਆਂ, ਭਰਾ ਵੀ ਪੜ੍ਹਾਈ 'ਚ ਰੁਕਾਵਟ ਪਾ ਰਿਹਾ ਵੀ ਤੂੰ ਪੜ੍ਹੀ ਨਾ, ਤੂੰ ਇੱਥੇ ਇਹਨੂੰ ਦਬਦਬ, ਇਹਦੇ ਹੱਥ ਪੀਲੇ ਕਰੋ, ਇਹਨੂੰ ਵਿਆਹੋ ਦਬਦਬ, ਆਪਣੇ ਸਹੁਰੇ ਘਰ ਜਾਵੇ, ਕਿਉਂਕਿ ਉਹਨੂੰ ਪਤਾ ਵੀ ਖਰਚਾ ਮੇਰੇ ਬਾਪ ਦਾ ਜਾਣਾ, ਮੇਰੇ ਪੈਸੇ ਲੱਗਣੇ ਦੀ ਪੜ੍ਹਾਈ ਤੇ ਉੱਦਾਂ ਹਰ ਸਾਲ ਧਾਗਾ ਬੰਨਣ ਦਾ ਦਾਅਵਾ ਪਿਆ ਕਰਨਾ। ਉਹਨਾਂ ਪਰਿਵਾਰਾਂ ਅੱਗੇ ਸਿਰ ਝੁਕਦਾ ਵਾ। ਸਲੂਟ ਆ ਜਿਹੜੇ ਪੁੱਤਰਾਂ ਤੋਂ ਵੱਧ ਧੀਆਂ ਨੂੰ ਪੜ੍ਹਾਉਣ ਦੀ ਇੱਛਾ ਜ਼ਾਹਰ ਕਰਦੇ ਵੀ ਸਾਡੀਆਂ ਧੀਆਂ ਪੜ੍ਹਨਗੀਆਂ। ਇਹ ਗੱਲ ਪੱਕੀ ਆ। ਸਾਡੇ ਪ੍ਰਿੰਸੀਪਲ ਸਾਹਿਬ ਇਹ ਗੱਲ ਅਕਸਰ ਕਹਿੰਦੇ ਹੁੰਦੇ ਸੀ ਵੀ ਧੀ ਪੜ੍ਹ ਜਾਏ ਤੇ ਕਈ ਪਰਿਵਾਰ ਪੜ੍ਹ ਜਾਂਦੇ ਆ, ਕਿਉਂਕਿ ਧੀ ਪੜ੍ਹ ਗਈ, ਉਹਦਾ ਪੇਕਾ ਪਰਿਵਾਰ 'ਤੇ ਵੀ ਅਸਰ ਪੈਣਾ, ਉਹਦੇ ਅੱਗੇ ਸਹੁਰੇ ਪਰਿਵਾਰ 'ਤੇ ਵੀ ਅਸਰ ਪੈਣਾ, ਉਹਦੀ ਗੋਚ ਬੱਚਿਆਂ ਨੇ ਪੜ੍ਹਨਾ, ਉਹ ਐਜੂਕੇਸ਼ਨ ਕਿੱਥੋਂ ਤੱਕ ਜਾਣੀ ਆ। ਅਤੇ ਜੇ ਸੱਚੀ ਤੁਹਾਡੇ ਅੰਦਰ ਇਹ ਰਕਸ਼ਾ ਬੰਧਨ ਦਾ ਚਾਅ ਆ ਨਾ, ਇੱਦਾਂ ਰਕਸ਼ਾ ਕਰੋ ਵੀ ਧੀਆਂ ਪੁੱਤਾਂ ਨਾਲੋਂ ਵੀ ਵੱਧ ਪੜ੍ਹਾਉਣ ਦੇ ਉੱਤੇ ਉਹਨਾਂ ਦਾ ਜ਼ੋਰ ਲਾਉਣਾ ਚਾਹੀਦਾ। ਸਾਨੂੰ ਇਸ ਬੰਨੇ ਸਾਨੂੰ ਧਿਆਨ ਦੇਣ ਦੀ ਲੋੜ ਆ। ਹਾਂਜੀ, ਚਲੋ ਬਹੁਤ ਆ ਜੀ। ਤੇ ਵੇਖੋ ਸਾਧ ਸੰਗਤ ਜੀ, ਗੱਲ ਇੰਨੀ ਕਿ ਵੀ ਆਪਾਂ ਅੱਜ ਇਸ ਵਿਸ਼ੇ ਦੇ ਵਿਚਾਰ ਤੁਹਾਡੇ ਨਾਲ ਜਿਹੜੀ ਸਾਂਝੀ ਲਾਈਵ ਆਪਾਂ ਕੀਤੀ ਆ, ਤਾਂ ਕਿ ਰਲ ਮਿਲ ਕੇ ਆਪਾਂ ਇਹਨਾਂ ਵਿੱਚੋਂ ਕੁਝ ਵਿਸ਼ੇ, ਕਿਉਂਕਿ ਮੈਂ ਗੱਲ ਕਰ ਰਿਹਾ ਸੀ ਨਾ ਕਿ ਵੇਖੋ ਸਾਡੇ ਸਮਾਜ ਦੇ ਵਿੱਚ ਕਈ ਕਹਿਣਗੇ ਵੇਖੋ ਜੀ ਇਹ ਕਿੰਤੂ ਪਰੰਤੂ ਨਹੀਂ ਹੈ, ਇਹ ਵਿਚਾਰ ਵਾ। ਹੁਣ ਜਿਹੜੇ ਨਸ਼ੇ ਪੀਂਦੇ ਉਹ ਕਹਿੰਦੇ ਕਿੰਤੂ ਪਰੰਤੂ ਨਾ ਕਰੋ, ਜਿਹੜੇ ਡੇਰਿਆਂ ਦੀ ਖਾਕ ਛਾਣਦੇ ਉਹ ਵੀ ਕਹਿੰਦੇ ਕਿੰਤੂ। ਇਹ ਕਿੰਤੂ ਪਰੰਤੂ ਨਹੀਂ ਹੈ, ਇੱਕ ਗੁਰੂ ਦੀ ਗੱਲ ਕਹਿਣ ਦਾ ਅਧਿਕਾਰ ਆ ਸਾਨੂੰ। ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ। ਅਸੀਂ ਆਪਣੀ ਵਿਚਾਰ ਰੱਖ ਦਿੱਤੀ ਗੁਰਮਤ ਦੀ ਰੋਸ਼ਨੀ ਵਿੱਚ, ਮੰਨਣਾ ਨਾ ਮੰਨਣਾ ਸਰੋਤਿਆਂ ਦੀ ਆਪਣੀ ਮਰਜ਼ੀ ਆ। ਕਿਉਂਕਿ ਜੇ ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਕਿ ਜਦੋਂ ਆਪਾਂ ਗੁਰਮਤ ਦੀ ਵਿਚਾਰ ਕਰਦੇ ਹਾਂ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ, ਤੇ ਜਿਹੜੇ ਬਹੁਤ ਡੇਰਿਆਂ ਨੂੰ ਮੰਨਣ ਵਾਲੇ ਉਹਨਾਂ ਨੂੰ ਵੀ ਗੱਲ ਚੁੱਭਦੀ ਆ। ਫਿਰ ਪ੍ਰਚਾਰਕ ਗੱਲ ਕਰੇ ਤੇ ਕਰੇ ਕਿਹੜੇ, ਗੱਲ ਤੇ ਇਹ ਵੇਖਣੀ ਹੈ ਵੀ ਗੁਰਮਤ ਦੀ ਗੱਲ ਜਿਹੜੀ ਆਪਾਂ ਕਰਨੀ ਆ। ਭਾਈ ਸੁਖਵਿੰਦਰ ਸਿੰਘ ਜੀ ਆਪਣੇ ਨਾਲ ਸੀ ਤੇ ਉਹਨਾਂ ਨੂੰ ਆਪਾਂ ਛੁੱਟੀ ਦੇ ਦਿੰਦੇ। ਮੈਂ 2 ਮਿੰਟ ਵਿਚਾਰਾਂ ਤੁਹਾਡੇ ਨਾਲ ਹੋਰ ਕਰਾਂਗਾ। ਭਾਈ ਸੁਖਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ। ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਭੈਣਾਂ ਦਾ, ਸਾਰੇ ਜਿੰਨੇ ਵੀ ਕੋਈ ਵਿਚਾਰ ਕਰਦੇ ਆ, ਗਲਤੀ ਭੁੱਲ ਚੁੱਕ ਹੋਵੇ ਉਹਦੀ ਮਾਫੀ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀ, ਭਾਈ ਸੁਖਵਿੰਦਰ ਸਿੰਘ ਜੀ ਜਾ ਚੁੱਕੇ ਆ ਤੇ ਆਪਾਂ ਤੁਹਾਡੇ ਨਾਲ ਵਿਚਾਰ ਥੋੜ੍ਹੀ ਜਿਹੀ ਕਰਕੇ ਤੇ ਮੈਂ ਵੀ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ। ਗੱਲ ਇੰਨੀ ਕਿ ਵੀ ਜਿਹੜੀ ਆਪਾਂ ਤੁਹਾਡੇ ਨਾਲ ਵਿਚਾਰ ਕਰ ਰਹੇ ਹਾਂ ਵੀ ਜਦੋਂ ਕੋਈ ਵੀ ਬੁਲਾਰਾ ਗੁਰਮਤ ਦੀ ਗੱਲ ਗੁਰਬਾਣੀ ਦੀ ਰੋਸ਼ਨੀ ਵਿੱਚ ਕਰਦਾ, ਹੁਣ ਇਹਨਾਂ ਵਿਚਾਰਿਆਂ ਦਾ ਕਸੂਰ ਨਹੀਂ ਜੀ, ਇਹਨਾਂ ਨੇ ਕੁਝ ਪੜ੍ਹਿਆ ਲਿਖਿਆ ਨਹੀਂ ਹੈਗਾ, ਮਾफ़ ਕਰਨਾ। ਸਿੱਧੀ ਗੱਲ ਜਿਹੜੀ ਪੰਜਾਬੀ ਭਾਸ਼ਾ 'ਚ ਮੈਂ ਠੇਠ ਕਹਿਣਾ ਵੀ ਜਿਨ੍ਹਾਂ ਨੇ ਡੇਰਿਆਂ ਦੀਆਂ ਪ੍ਰਕਰਮਾਂ ਕੀਤੀਆਂ ਵਾ, ਜਿਨ੍ਹਾਂ ਨੇ ਥੰਮਲਿਆਂ ਨੂੰ ਮੱਥੇ ਟੇਕੇ ਆ, ਉਹਨਾਂ ਨੂੰ ਲੱਗਦਾ ਵੀ ਇੱਦਾਂ ਵਾ। ਜੇ ਗੱਲ ਸੱਚੀ ਆ ਤਾਂ ਮੈਂ ਕਹਿੰਦਾ ਹੁੰਦਾ ਵੀ ਧੀਆਂ ਨੂੰ ਪੜ੍ਹਨ ਦਾ ਮੌਕਾ ਦਿਓ, ਉਹ ਵੀ ਪੜ੍ਹ ਲਿਖ ਸਕਣ। ਸੱਚੀ ਗੱਲ, ਮੈਂ ਐਸੇ ਪਰਿਵਾਰ ਵੇਖੇ ਜਿਹੜੇ ਬੈਂਡ ਵੇਖ ਕੇ ਆਪਣੇ ਪੁੱਤ ਵਿਆਹ 'ਤੇ ਲੈਂਦੇ ਆ, ਤੇ ਜਦੋਂ ਪਤਾ ਨਾ ਵੀ ਹੁਣ ਇਹ ਬਾਹਰ ਜਾਣ ਜੋਗੀ ਨਹੀਂ ਆ, ਜਾਂ ਇਹ ਕੋਰਸ ਇਹ ਜਿਹੜਾ ਟੈਸਟ ਪਾਸ ਨਹੀਂ ਕਰ ਸਕਦੀ, ਜਾਂ ਵਿਚੋਲੇ ਨੇ ਕਹਿਤਾ 6.5 ਬੈਂਡ ਆਏ ਆ, ਪਰ ਬਾਅਦ 'ਚ ਪਤਾ ਲੱਗਾ ਉਹ ਤੇ 5.5 ਆਏ ਸੀ, ਬਾਅਦ ਵਿੱਚ ਹੁਣ ਤਲਾਕ ਵੀ ਨਹੀਂ ਲੈ ਸਕਦੇ, ਤੇ ਉੱਦਾਂ ਰੱਖੜੀਆਂ ਬੰਨ੍ਹ ਕੇ ਰਕਸ਼ਾ ਕਰਨ ਦੇ ਦਾਅਵੇ ਵੱਡੇ ਵੱਡੇ ਕਰਨੇ ਆ। ਤਾਂ ਖੈਰ ਇਹਨਾਂ ਗੱਲਾਂ ਵਿੱਚ ਬਹੁਤ ਕੁਝ ਆ ਜੇ ਆਪਾਂ ਵੇਖੀਏ ਤਾਂ ਸਾਡੀ ਹੱਥ ਜੋੜ ਕੇ ਸਾਰਿਆਂ ਸਰੋਤਿਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਆ। ਬਹੁਤ ਭੈਣਾਂ ਦੱਸਦੀਆਂ ਨੇ ਸਾਡੇ ਘਰ 3 ਧੀਆਂ ਨੇ, ਸਾਡੇ ਘਰ 2 ਬੇਟੀਆਂ ਨੇ, ਅਸੀਂ ਬੇਟੀਆਂ ਨੂੰ ਵੀ ਬੇਟਿਆਂ ਨਾਲੋਂ ਵੱਧ ਪਿਆਰ ਕਰਦੇ ਹਾਂ। ਮੈਨੂੰ ਅੱਜ ਵੀ ਯਾਦ ਹੈ ਇੱਕ ਵਾਰ ਇੱਕ ਪਰਿਵਾਰ ਐਸਾ ਮਿਲਿਆ, ਉਹਨਾਂ ਦੀਆਂ 2 ਧੀਆਂ ਸੀ, ਇੱਕ ਗ੍ਰੈਜੂਏਸ਼ਨ ਕਰ ਰਹੀ ਸੀ ਤੇ ਇੱਕ ਅਜੇ +1 ਸੀ। ਤਾਂ ਉਹ ਬੜੇ ਪਿਆਰ ਨਾਲ ਉਹਨਾਂ ਦੋਵਾਂ ਬੱਚਿਆਂ ਨੇ ਗੱਲ ਕਹੀ, ਕਹਿੰਦੀ ਵੀਰ ਜੀ ਵੀ ਗੱਲ ਇਸ ਤਰ੍ਹਾਂ ਕਿ ਸਾਡੇ ਮਾਂ-ਬਾਪ ਨੇ ਕਦੀ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਉਹਨਾਂ ਦੀਆਂ ਧੀਆਂ ਵਾਂ। ਸਾਨੂੰ ਉਹਨਾਂ ਨੇ ਪੁੱਤ ਸਮਝ ਕੇ, ਪੁੱਤ ਜਾਣ ਕੇ ਪਾਲਿਆ ਤੇ ਵੱਡਾ ਕੀਤਾ। ਪਰ ਜਦੋਂ ਵੀ ਅਸੀਂ ਕਿਤੇ ਰਿਸ਼ਤੇਦਾਰਾਂ ਸਾਰਿਆਂ ਨੂੰ ਤੇ ਪਤਾ ਹੈ ਸਾਡੇ ਬਾਰੇ ਕਿ ਇਹਨਾਂ ਦੀਆਂ 2 ਧੀਆਂ ਨੇ, ਪਰ ਜਦੋਂ ਅਸੀਂ ਕਿਤੇ ਕਿਸੇ ਗੁਰਦੁਆਰੇ ਜਾਂਦੇ ਹਾਂ ਜਾਂ ਕਿਤੇ ਹੋਰ ਜਗ੍ਹਾ 'ਤੇ ਜਾਂਦੇ ਜਿੱਥੇ ਸਾਨੂੰ ਜਾਣਦੇ ਨਹੀਂ, ਤਾਂ ਪੁੱਛਣਗੇ ਸਾਡੇ ਮੰਮੀ ਡੈਡੀ ਨੂੰ, ਹੋਰ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਬੱਚੇ ਕਿੰਨੇ ਨੇ? ਫਿਰ ਮੇਰੀ ਮੰਮੀ ਜਾਂ ਡੈਡੀ ਦੱਸਣਗੇ ਸਾਡੀਆਂ 2 ਬੇਟੀਆਂ ਨੇ। ਤੇ ਅੱਛਾ ਪੁੱਤ ਨਹੀਂ ਹੈਗਾ? ਕਹਿੰਦੇ ਫਿਰ ਅੱਗੇ ਮੇਰੀ ਮੰਮੀ ਕਹੇਗੀ, ਡੈਡੀ ਕਿ ਨਹੀਂ ਜੀ ਸਾਡੇ ਘਰ ਪੁੱਤ ਨਹੀਂ, ਸਾਡੀਆਂ ਬੇਟੀਆਂ ਹੀ ਸਾਡਾ ਪੁੱਤ ਨੇ। ਅੱਛਾ ਤੁਸੀਂ ਅਰਦਾਸ ਕਰਾ ਕੇ ਵੇਖ ਲੈਣੀ ਸੀ, ਕਿਤੇ ਉਪਾਅ ਕਰਾ ਕੇ ਵੇਖ ਲੈਣਾ ਸੀ। ਮਤਲਬ ਅਸੀਂ ਧੀਆਂ ਦੇ ਸਾਹਮਣੇ ਰਕਸ਼ਾ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ
ਧੀਆਂ ਦੇ ਸਾਹਮਣੇ ਅਸੀਂ ਉਹਨਾਂ ਨੂੰ ਇਹ ਮਹਿਸੂਸ ਕਰਾਉਂਦੇ ਹਾਂ ਕਿ ਤੁਹਾਡੇ ਨਾਲ ਸਾਡੀ ਇਸ ਸੰਸਾਰ ਤੇ ਜੜ ਨਹੀਂ ਲੱਗੀ। ਪਿਆਰਿਓ, ਇਸ ਸੰਸਾਰ ਤੇ ਜੜ ਸਾਡੀ ਪੁੱਤਰਾਂ ਧੀਆਂ ਨਾਲ ਨਹੀਂ ਲੱਗਣੀ, ਇੱਥੇ ਜੜ ਲੱਗਣੀ ਸਾਡੇ ਆਪਣੇ ਚੰਗੇ ਕੰਮਾਂ ਨਾਲ। ਮੋਇਆਂ ਗੰਢ ਨੇਕੀ ਸੱਤ ਹੋਏ, ਮਰਨ ਤੋਂ ਬਾਅਦ ਸਾਡੀ ਗੰਢ ਪੈਣੀ ਆ ਜੇ ਸਾਡੇ ਪੱਲੇ ਆਪਣੇ ਕੁਝ ਹੋਇਆ ਤਾਂ। ਤੋ ਇਸ ਕਰਕੇ ਇਹ ਜਿਹੜੇ ਤਿਉਹਾਰ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਦੇ ਦਿਓ। ਇਹ ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀ। ਤੇ ਕਹਿਣੀਆਂ ਬਹੁਤ ਗੱਲਾਂ ਸੌਖੀਆਂ ਨੇ, ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਸਾਰਿਆਂ ਦਾ ਪ੍ਰਭਾਵ ਸਾਡੇ ਸਿੱਖ ਪਰਿਵਾਰਾਂ ਦੇ ਉੱਤੇ ਹੈਗਾ ਵਾ। ਇਹ ਤੋਂ ਆਪਣੇ ਆਪ ਨੂੰ ਬਚਾਉਣ ਤੇ ਕੱਢਣ ਦੀ ਜ਼ਰੂਰਤ ਆ। ਬਾਣੀ ਪੜ੍ਹੋ, ਬਾਣੀ 'ਚ ਲਿਖਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰਜਾਮੀ। ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ। ਸਾਡਾ ਰਾਖਾ ਉਹ ਮਾਲਕ ਅਕਾਲ ਪੁਰਖ ਜੋ ਸਾਡੇ ਅੰਦਰ ਸਮਾਇਆ ਹੋਇਆ ਆਪਣੀ ਰਾਖੀ ਨਾਲੇ। ਤੇ ਬਾਣੀ ਸਿੱਧਾ ਕਹਿ ਦਿੱਤਾ ਕਿ ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ। ਅਸੀਂ ਤੇ ਆਪਣੇ ਸ਼ਹਿਰ ਦੇ ਖੁਦ ਕੋਤਵਾਲ ਬਣਨਾ, ਅਸੀਂ ਤੇ ਆਪਣੇ ਸ਼ਹਿਰ ਦੇ ਆਪ ਦਰੋਗੇ ਬਣਨਾ। ਆੜਾ ਸਾਡਾ ਸ਼ਹਿਰ ਹੈ, ਇਹਦੇ ਅਸੀਂ ਆਪ ਖੁਦ ਥਾਣੇਦਾਰ ਬਣਨਾ ਵਾ। ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇਰੇ ਪਾਮ ਪਲੋਸੋਂ ਕੇਸ ਚਵਰ ਕਰ ਫੇਰੀ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਤੋ ਸਾਧ ਸੰਗਤ ਜੀ, ਅਸੀਂ ਆਪਣੇ ਕੁਕੀ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਜਿਹੜਾ ਆਪਣਾ ਇਹ ਹਿਰਦਾ ਵਾ, ਜਿਹੜਾ ਮਨ ਵਾ, ਜਿਹੜਾ ਸਾਡਾ ਇਹ ਸਰੀਰ ਆ, ਜਿਹੜਾ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਨਾਲ ਭਰਿਆ ਪਿਆ, ਇਹਨੂੰ ਅਸੀਂ ਸਾਫ਼ ਕਰਨ ਦੀ ਖੁਦ ਆਪ ਜ਼ਿੰਮੇਵਾਰੀ ਚੱਕਣੀ ਆ। ਤੇ ਇਹੋ ਜਿਹੇ ਅਨਮਤੀ ਤਿਉਹਾਰ ਜਿਹੜੇ ਆ ਇਹ ਜਿਨ੍ਹਾਂ ਦੇ ਹੈਗੇ ਉਹਨਾਂ ਨੂੰ ਦੇ ਦਿਓ। ਆਪਣੀਆਂ ਭੈਣਾਂ ਨਾਲ ਉੱਦਾਂ ਹੀ ਪਿਆਰ ਕਰੋ, ਉੱਦਾਂ ਹੀ ਆਪਣੀਆਂ ਬੱਚੀਆਂ ਨੂੰ ਉੱਦਾਂ ਹੀ ਬਣਦਾ ਮਾਣ ਸਤਿਕਾਰ ਦਿਓ। ਉਹ ਪੜ੍ਹਨਾ ਚਾਹੁੰਦੀਆਂ ਉਹਨਾਂ ਨੂੰ ਪੜ੍ਹਨ ਦੇ ਮੌਕੇ ਦਿਓ ਤਾਂ ਕਿ ਉਹਨਾਂ ਦੇ ਕੋਲ ਐਜੂਕੇਸ਼ਨ ਹੋਏਗੀ, ਉਹ ਸਵੈ ਮਾਣ ਨਾਲ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਵਾਲੇ ਬੰਨੇ ਤੁਰ ਸਕਣਗੀਆਂ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਬਾਣੀ ਪੜ੍ਹੋ, ਵਿਚਾਰੋ, ਸਮਝੋ ਤੇ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਮੁਤਾਬਕ ਜਿਉਣ ਦਾ ਜਿਹੜਾ ਵਾ ਉਹ ਆਪਾਂ ਯਤਨ ਜਾਰੀ ਰੱਖੀਏ। ਧੀਆਂ ਨੂੰ ਵੀ ਬੇਨਤੀ ਹੱਥ ਜੋੜ ਕੇ, ਜਿੱਥੇ ਵੀ ਤੁਸੀਂ ਕਾਲਜ ਵਿੱਚ, ਯੂਨੀਵਰਸਿਟੀ ਜਿੱਥੇ ਵੀ ਪੜ੍ਹਦੀਆਂ ਵਾ, ਉਹ ਇਸ ਗੱਲ ਦਾ ਧਿਆਨ ਰੱਖਣ ਕਿ ਅਸੀਂ ਆਪਣੀ, ਜੇ ਸਾਡੇ ਮਾਂ-ਬਾਪ ਨੇ ਸਾਨੂੰ ਮੌਕੇ ਦਿੱਤੇ ਨੇ ਤੇ ਅਸੀਂ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਨੂੰ ਹੋਰ ਕਾਮਯਾਬ ਬਣਾਈਏ ਤੇ ਮਾਣ ਕਰੀਏ ਆਪਣੇ ਗੁਰੂ ਤੇ। ਗੁਰੂ ਨਾਨਕ ਸਾਹਿਬ, ਇੱਕ ਮੈਂ ਬੇਨਤੀ ਅਕਸਰ ਕਹਿੰਦਾ ਉਹਨਾਂ, ਦੁਨੀਆ ਤੇ ਮੱਤ ਬੜੇ ਨੇ, ਧਰਮ ਤੇ ਇੱਕੋ ਹੀ ਆ, ਮੱਤ ਬੜੇ ਨੇ, ਪਰ ਜਿੰਨੀ ਸਪੋਰਟ, ਜਿੰਨੀ ਖੁੱਲ੍ਹ ਕੇ ਗੱਲ ਗੁਰੂ ਨਾਨਕ ਸਾਹਿਬ ਜੀ, ਨਿੱਤਰ ਕੇ ਗੁਰੂ ਨਾਨਕ ਸਾਹਿਬ ਜੀ ਔਰਤ ਦੇ ਹੱਕ ਵਿੱਚ ਆਏ ਨੇ, ਕੋਈ ਮਜ਼ਹਬ ਨਹੀਂ ਆਇਆ। ਇਹ ਗੱਲ ਮੈਂ ਸੈਂਕੜੇ ਵਾਰ ਸਟੇਜਾਂ ਤੇ ਕਹਿ ਚੁੱਕਾ। ਜਦੋਂ ਗੁਰੂ ਸਾਹਿਬ ਜੀ ਨੇ ਕਿਤੇ ਨਾ ਕਿਤੇ ਹਰ ਇੱਕ ਮਜ਼ਹਬ ਨੇ ਔਰਤ ਵਿੱਚ ਕੋਈ ਨਾ ਕੋਈ ਕਮੀ ਮੰਨੀ ਹੈ। ਉਹ ਧਾਗੇ ਬਣਾਉਣ ਵਾਲੇ ਵੀ ਕਿਤੇ ਨਾ ਕਿਤੇ ਇੱਥੇ ਹੈ ਵੀ ਮਰਦ ਜਨੇਊ ਪਾ ਸਕਦਾ ਹੈ, ਖੱਤਰੀ ਪਾ ਸਕਦਾ, ਵੈਸ਼ ਪਾ ਸਕਦਾ ਹੈ, ਬ੍ਰਾਹਮਣ ਪਾ ਸਕਦਾ। ਔਰਤ ਦੇ ਹੱਕ ਵਿੱਚ ਔਰਤ ਵਾਸਤੇ ਕੋਈ ਧਾਗਾ ਬਣਿਆ ਹੀ ਨਹੀਂ। ਤੇ ਇਸਲਾਮ ਦੇ ਵਿੱਚ ਮਸਜਿਦ ਦੀਆਂ ਸੀੜੀਆਂ ਜੇ ਚੜ੍ਹ ਵੀ ਜਾਵੇ ਤੇ ਵੱਖਰੀ ਜਗ੍ਹਾ ਤੇ ਔਰਤ ਜਿਹੜੀ ਹੈ ਉਹ ਨਮਾਜ਼ ਪੜ੍ਹੇਗੀ। ਕ੍ਰਿਸਚਨ ਬਹੁਤ ਲੰਬੀ ਉਡਾਰੀ ਮਾਰਦੇ ਆ, ਪਰ ਉਹਨਾਂ 'ਚ ਵੀ ਗ੍ਰਸਤੀ ਬੰਦਾ ਪੌਪ ਨਹੀਂ ਬਣ ਸਕਦਾ। ਪਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਬਾਬਾ ਲਹਿਣਾ ਜੀ ਆਉਂਦੇ, ਇਹ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਨੇ ਵੀ ਲਹਿਣੇ ਆ ਅੱਜ ਤੋਂ ਬਾਅਦ ਆਪਣੇ ਪਰਿਵਾਰ ਕੋਲ ਨਹੀਂ ਜਾਣਾ, ਸਗੋਂ ਭੇਜਿਆ ਹੀ ਉਹਨਾਂ ਨੂੰ ਆਪਣੇ ਪਰਿਵਾਰ ਦੇ ਕੋਲ ਹੈ। ਉਹ ਖਡੂਰ ਸਾਹਿਬ ਆਏ ਤੋਂ ਖੈਰੇ ਤੋਂ ਪਤਾ ਲੱਗਦਾ ਪਾਤਸ਼ਾਹ ਜੀ ਨੇ। ਵੱਖਰੀ ਗੱਲ ਹੈ ਕਿ ਸਾਡੇ ਜਿਹੜੇ ਇਹ ਖੌਤੀ ਜਿਹੜੇ ਧਾਰਮਿਕ ਖਵਾਉਣ ਵਾਲੇ ਲੋਕ ਸੀ, ਉਹਨਾਂ ਕਿਤੇ ਨਾ ਕਿਤੇ ਸਾਡੇ ਕੋਲੋਂ ਹੱਕ ਖੋਏ ਨੇ। ਡੇਰਿਆਂ ਦੇ ਉੱਤੇ ਇਹ ਪ੍ਰਭਾਵ ਜਿਹੜਾ ਪਾਇਆ ਜਾ ਰਿਹਾ, ਇਹ ਕਿਤੇ ਨਾ ਕਿਤੇ ਚੀਜ਼ ਸਾਡੇ ਅੰਦਰ ਘਰ ਕਰ ਚੁੱਕੀ ਹੈ। ਦਰਬਾਰ ਸਾਹਿਬ ਦੇ ਅੰਦਰ ਵੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੀ ਮਾਤਾ ਜੀਵਨ ਕੌਰ ਜੀ ਕੀਰਤਨ ਕਰਦੇ ਰਹੇ ਨੇ। ਇਹ ਤਾਂ ਵਿਪਰਾਂ ਨੇ ਜਿਹੜਾ ਮਲਗੋਭਾ ਕੀਤਾ ਹੋਇਆ ਸਾਡੇ ਵਿੱਚ ਇਹ ਵਿਚਾਰ ਪੈ ਚੁੱਕੀ ਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਸ਼ੁਰੂ ਤੋਂ ਜਿਹੜਾ ਔਰਤ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਰਿਹਾ। ਮਿਸ਼ਨਰੀ ਕਾਲਜਾਂ ਦੇ ਵਿੱਚ, ਕਲਾਸਾਂ ਦੇ ਵਿੱਚ ਖੰਡੇ ਦੀ ਪੌਲ ਤਿਆਰ ਕਰਨ ਵਿੱਚ ਵੀ 1999 'ਚ ਇੱਥੇ ਲੁਧਿਆਣੇ ਖੰਡੇ ਦੀ ਪੌਲ, ਜਿੱਥੇ ਅਸੀਂ ਅੱਜ ਬੈਠੇ ਹਾਂ, ਇੱਥੇ ਇਸੇ ਸ਼ਹਿਰ ਦੇ ਵਿੱਚ ਖੰਡੇ ਦੀ ਪੌਲ ਤਿਆਰ ਕਰਨ ਵਕਤ ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ, ਸਾਨੂੰ ਅੱਜ ਵੀ ਯਾਦ ਹੈ ਕਿ ਇੱਕ ਬੀਬੀ ਨੂੰ ਖੰਡੇ ਦੀ ਪੌਲ ਤਿਆਰ ਕਰਨ ਵਿੱਚ ਸ਼ਾਮਲ ਕੀਤਾ ਗਿਆ ਸੀ। ਬੜਿਆਂ ਨੇ ਰੌਲਾ ਪਾਇਆ ਸੀ। ਇਹ ਅੱਜ ਤੋਂ 21 ਸਾਲ ਪਹਿਲਾਂ ਦੀ ਮੈਂ ਗੱਲ ਦੱਸ ਰਿਹਾ, ਤੇ ਇਹਦਾ ਅਰਥ ਇਹ ਤੋਂ ਪਹਿਲਾਂ ਵੀ ਕਿੰਨੇ ਸਾਲ ਪਹਿਲਾਂ ਬੀਬੀਆਂ ਨੂੰ ਖੰਡੇ ਦੀ ਪੌਲ ਤਿਆਰ ਕਰਨ ਵਿੱਚ ਸ਼ਾਮਲ ਕੀਤਾ ਜਾਂਦਾ ਰਿਹਾ। ਸਾਡੇ ਕੈਂਪਾਂ ਵਿੱਚ ਆਮ ਹੀ ਬੱਚੀਆਂ ਹੀ ਅਰਦਾਸ ਕਰਦੀਆਂ। ਇੱਥੇ ਲੁਧਿਆਣੇ ਸ਼ਹਿਰ ਦੇ ਵਿੱਚ ਹਰ ਸ਼ਨੀਵਾਰ ਐਤਵਾਰ ਬੱਚਿਆਂ ਦਾ ਪ੍ਰੋਗਰਾਮ ਹੁੰਦਾ। ਸਾਡੇ ਸਤਿਕਾਰਯੋਗ ਰਾਣਾ ਇੰਦਰਜੀਤ ਸਿੰਘ ਜੀ ਚੇਅਰਮੈਨ, ਉਹਨਾਂ ਦੇ ਉਪਰਾਲੇ ਨਾਲ ਸਾਰੇ ਸ਼ਹਿਰ ਵਿੱਚ ਸਮਾਗਮ ਜਿਹੜੇ ਵੱਖ-ਵੱਖ ਸ਼ਹਿਰਾਂ 'ਚ, ਸੁਸਾਇਟੀਆਂ 'ਚ ਕੀਤੇ ਜਾਂਦੇ ਆ। ਉੱਥੇ ਧੀਆਂ ਸਾਡੀਆਂ ਹੀ ਅਰਦਾਸ ਕਰਦੀਆਂ, ਧੀਆਂ ਹੀ ਪਾਠ ਕਰਦੀਆਂ, ਧੀਆਂ ਹੀ ਮੁੱਖ ਵਾਕ ਲੈਂਦੀਆਂ। ਇਹ ਤਾਂ ਬੜਾ ਵਧੀਆ ਉਪਰਾਲਾ ਹੈ। ਠੀਕ ਹੈ, ਕਿਸੇ ਡੇਰੇਦਾਰ ਨੂੰ ਅੱਜ ਜਾਗ ਆਈ ਹੈ ਤਾਂ ਉਹਨੂੰ ਇੰਝ ਲੱਗਦਾ ਵੀ ਸ਼ਾਇਦ ਪਹਿਲੀ ਵਾਰੀ ਮੈਂ ਹੀ ਕੋਈ ਅਲਾਹ ਕੰਮ ਕੀਤਾ। ਇਹ ਸੈਂਕੜੇ ਵਾਰ ਪਹਿਲਾਂ ਵੀ ਕੰਮ ਹੋ ਚੁੱਕਾ।
तो गुरु बख्शिश करे असी जाग सकीए, सुचेत हो सकीए, इन्हां अनमति त्योहारां तो अपने आप नूं बचा के अपणियां धीआं नूं बनदा मान इज्जत सत्कार दे सकीए। सारिਆਂ ਦਾ ਧੰਨਵਾਦ। ਤੁਸੀਂ बड़ा लंबा टाइम ਅੱਜ ਇਹ ਲਾਈਵ ਸਾਰਾ ਜਿਹੜੀ ਵਿਚਾਰ ਆ ਉਹ ਤੁਸੀਂ ਸੁਣੀ ਹੈ। ਭਾਈ ਸੁਖਵਿੰਦਰ ਸਿੰਘ ਜੀ ਦੇਰ ਸਾਡੇ ਨਾਲ ਅੱਜ ਸ਼ਾਮਲ ਸੀ। ਸਾਧ ਸੰਗਤ ਜੀ, ਇਹ ਤੁਹਾਡੇ ਸਹਿਯੋਗ ਸਦਕਾ ਅਸੀਂ ਨਿਮਾਣਾ ਜਿਹਾ ਯਤਨ ਕੀਤਾ ਹੈ। ਆਉਣ ਵਾਲੇ ਸਮੇਂ 'ਚ ਵੀ ਇੱਦਾਂ ਲਾਈਵ ਵਿਚਾਰਾਂ ਦਾ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਆਇਆ ਕਰਾਂਗੇ। ਤੁਸੀਂ ਬੜੇ ਧਿਆਨ ਨਾਲ ਸੁਣਨਾ ਹੈ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਸਟੂਡੀਓ ਦਾ ਨੰਬਰ ਵੀ ਦੇ ਸਕੀਏ, ਤੁਸੀਂ ਲਾਈਵ ਗੱਲਬਾਤ ਕਰਦੇ ਹਾਂ, ਆਪਣੀ ਗੱਲ ਵੀ ਤੁਸੀਂ ਇਸ ਵਿਸ਼ੇ ਦੇ ਨਾਲ ਸੰਬੰਧਿਤ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਥੋੜ੍ਹੇ ਦਿਨਾਂ ਤੱਕ ਅਸੀਂ ਇਹ ਵੀ ਪ੍ਰੋਗਰਾਮ ਤੁਹਾਡੇ ਕੋਲ ਲੈ ਕੇ ਆਵਾਂਗੇ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।